ਇਸ ਵੇਲੇ ਸੰਗਤ ਟੀਵੀ ਤੇ ਰੀਬੂਟ ਪੰਜਾਬ ਥਰੂ ਵੈਲਿਊ ਬੇਸਡ ਐਜੂਕੇਸ਼ਨ ਦਾ ਅੱਜ ਦਾ ਐਪੀਸੋਡ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਸਤਿਕਾਰ ਤੇ ਅਦਬ ਸਹਿਤ ਸਤਿ ਸ਼੍ਰੀ ਅਕਾਲ। ਮੈਂ ਹਾਂ ਤੁਹਾਡਾ ਆਪਣਾ ਪੇਸ਼ਕਾਰ ਬੱਬਲ ਮਟੌਰ। ਦੋਸਤੋ, ਅਸੀਂ ਇਹ ਐਪੀਸੋਡ ਅੱਜ ਦੀ ਤਾਰੀਖ ਦੇ ਵਿੱਚ ਬਾਬਾ ਇਕਬਾਲ ਸਿੰਘ ਜੀ ਬੜੂਸਾ ਵਾਲਿਆਂ ਵੱਲੋਂ ਚਲਾਏ ਜਾ ਰਹੇ ਵਿਦਿਅਕ ਅਦਾਰਿਆਂ ਦੇ ਵਿੱਚ ਤੁਹਾਡਾ ਯੋਗਦਾਨ ਪਾਉਣ ਦੇ ਲਈ ਕਰਦੇ ਹਾਂ, ਤਾਂ ਜੋ ਸਾਡੇ ਸਮਾਜ ਦੇ ਵਿੱਚ ਕੋਈ ਵੀ ਬੱਚਾ ਵਿਦਿਆ ਤੋਂ ਵਾਂਝਾ ਨਾ ਰਹਿ ਸਕੇ। ਦੋਸਤੋ, ਗੁਰੂ ਦੇ ਮੁਖਾਰ ਬਿੰਦੋਂ ਨਿਕਲਿਆ, ਗੁਰੂ ਦੇ ਮੁਖਾਰ ਬਿੰਦੋਂ ਨਿਕਲਿਆ, ਹਰ ਬੋਲ ਬਾਣੀ ਹੋ ਗਿਆ। ਜਿਹਦਾ ਕੋਈ ਵੀ ਨਾ ਰਹਿ ਗਿਆ ਸਹਾਰਾ, ਜਿਹਦਾ ਕੋਈ ਵੀ ਨਾ ਰਹਿ ਗਿਆ ਸਹਾਰਾ, ਉਹਦਾ ਗੁਰਬਾਣੀ ਹੋ ਗਿਆ। ਸਮਾਂ ਦੇਖ ਕੇ ਧਰਤ ਗੁਰੂ ਪੀਰਾਂ ਦੀ, ਸਮਾਂ ਦੇਖ ਕੇ ਧਰਤ ਗੁਰੂ ਪੀਰਾਂ ਦੀ, ਆਪ ਪਾਣੀ ਪਾਣੀ ਹੋ ਗਿਆ। ਕੋਈ ਸਾਂਭਦਾ ਕਹਾਣੀਆਂ ਪੁਰਾਣੀਆਂ, ਕੋਈ ਸਾਂਭਦਾ ਕਹਾਣੀਆਂ ਪੁਰਾਣੀਆਂ, ਤੇ ਆਪ ਹੀ ਕਹਾਣੀ ਹੋ ਗਿਆ। ਗੱਲ ਘਰ ਦੀ ਹੈ ਕਰਨੀ ਤਾਂ ਪਊਗੀ, ਗੱਲ ਘਰ ਦੀ ਹੈ ਕਰਨੀ ਤਾਂ ਪਊਗੀ, ਕਿ ਭੇਦ ਚਾਹੇ ਨੰਗੇ ਹੋਣਗੇ। ਆਵੇ ਸੁਪਨੇ 'ਚ ਵਰਦੀ ਕਿਤਾਬਾਂ, ਆਵੇ ਸੁਪਨੇ 'ਚ ਵਰਦੀ ਕਿਤਾਬਾਂ, ਜੋ ਸਕੂਲ ਅੱਗੋਂ ਲੰਘੇ ਹੋਣਗੇ। ਬਾਣੀ ਬਾਣੇ ਵਾਲੀ ਗੋਰੀ ਵਿੱਚੋਂ ਲੰਘ ਕੇ, ਬਾਣੀ ਬਾਣੇ ਵਾਲੀ ਗੋਰੀ ਵਿੱਚੋਂ ਲੰਘ ਕੇ ਹੀ ਗੁਰੂ ਨਾਲ ਮੇਲੇ ਹੋਣਗੇ। ਉਹੀ ਜਾਣਦੇ ਅਸੂਲ ਇਸ ਖੇਡ ਦੇ, ਉਹੀ ਜਾਣਦੇ ਅਸੂਲ ਇਸ ਖੇਡ ਦੇ, ਜੋ ਖੇਡ ਇਹ ਖੇਡੇ ਹੋਣਗੇ, ਜੋ ਖੇਡ ਇਹ ਖੇਡੇ ਹੋਣਗੇ। ਦੋਸਤੋ, ਆਪਣੀ ਇਸ ਛੋਟੀ ਜਿਹੀ ਰਚਨਾ ਦੇ ਨਾਲ ਅੱਜ ਦੇ ਐਪੀਸੋਡ ਦੀ ਸ਼ੁਰੂਆਤ ਕਰਨਾ ਚਾਹਾਂਗਾ। ਸੋ ਸਭ ਤੋਂ ਪਹਿਲਾਂ ਮੈਂ ਹਰ ਵਾਰ ਦੀ ਤਰ੍ਹਾਂ ਸਵਾਗਤ ਕਰਦਾ ਹਾਂ ਸਰਦਾਰ ਰਣਬੀਰ ਸਿੰਘ ਜੀ ਅਟਵਾਲ ਜੀ ਦਾ। ਅਟਵਾਲ ਜੀ, ਬਹੁਤ ਬਹੁਤ ਸਵਾਗਤ ਹੈ ਜੀ ਅੱਜ ਦੇ ਸਾਡੇ ਇਸ ਐਪੀਸੋਡ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਟਵਾਲ ਸਾਹਿਬ, ਅਸੀਂ ਨਵੇਂ ਸਾਲ ਦੇ ਵਿੱਚ ਆ ਚੁੱਕੇ ਆ। ਪਹਿਲਾ ਮਹੀਨਾ ਹੈਗਾ ਜੀ 2022 ਦਾ, ਤੇ ਜੇਕਰ ਅਸੀਂ ਥੋੜੀ ਜੀ ਝਾਤ ਪਿੱਛੇ ਮਾਰੀਏ ਪਿਛਲੀ ਸੈਂਚਰੀ ਤੇ, 20th ਸੈਂਚਰੀ ਤੇ ਦੇਖ ਲਈਏ, 21st ਸੈਂਚਰੀ ਦੀ ਬਿਗਨਿੰਗ ਦੇਖ ਲਈਏ, ਤਾਂ ਜੇ ਅਸੀਂ ਇਹਨੂੰ ਕੰਪੇਅਰ ਕਰੀਏ ਪਿਛਲੀਆਂ 10 ਸੈਂਚਰੀਜ਼ ਦੇ ਨਾਲ ਕੰਪੇਅਰ ਕਰ ਲਈਏ, ਤਾਂ ਜਿਹੜੀ ਕਲਚਰਲ ਚੇਂਜ ਹੈਗੀ ਹੈ ਸ਼ਾਇਦ ਪਿਛਲੀਆਂ 9 ਸੈਂਚਰੀਆਂ 'ਚ ਇੰਨੀ ਤੇਜ਼ੀ ਨਾਲ ਨਹੀਂ ਹੋਈ ਜਿੰਨੀ ਕਿ ਪਿਛਲੇ 60-70 ਸਾਲਾਂ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਹੋਈ ਹੈ। ਇਹਦੇ ਵਿੱਚ ਆਪਣੀ ਵਿਰਾਸਤ, ਆਪਣੇ ਪਹਿਰਾਵੇ ਨੂੰ, ਆਪਣੀ ਪਹਿਚਾਣ ਨੂੰ ਜਿਹੜਾ ਬਰਕਰਾਰ ਰੱਖਣਾ ਵੀ ਇੱਕ ਜੋ ਹੈ ਅਗਲੀਆਂ ਜਨਰੇਸ਼ਨ ਦੇ ਲਈ ਚੈਲੰਜਿੰਗ ਹੋਣ ਜਾ ਰਿਹਾ ਹੈਗਾ ਹੈ। ਸਾਡੇ ਸਮਾਜ ਦੇ ਲਈ ਇੱਕ ਚੈਲੰਜਿੰਗ ਇਹ ਜਿਹੜਾ ਫੇਜ਼ ਹੈਗਾ ਉਹਨਾਂ ਨੂੰ ਬਰਕਰਾਰ ਰੱਖਣਾ। ਪਰ ਇਹਦੇ ਵਿੱਚ ਨਾਲ ਦੀ ਨਾਲ ਇਹ ਵੀ ਹੈਗਾ ਆ, ਸਾਨੂੰ ਇਹ ਵੀ ਮਿਸਾਲਾਂ ਮਿਲਦੀਆਂ ਨੇ ਕਿ ਜੇ ਤੁਹਾਡੇ ਅੰਦਰ ਪਿਆਰ ਹੈ, ਮੁਹੱਬਤ ਹੈ, ਜਜ਼ਬਾ ਹੈ, ਦ੍ਰਿੜਤਾ ਹੈ, ਫਿਰ ਤੁਸੀਂ ਆਪਣੀ ਹਰ ਇੱਕ ਚੀਜ਼ ਨੂੰ ਕਾਇਮ ਰੱਖ ਸਕਦੇ ਹੋ। ਫੋਰ ਐਗਜ਼ਾਮਪਲ, ਜੇਕਰ ਅਸੀਂ ਨਿਹੰਗ ਸਿੰਘਾਂ ਦੀ ਗੱਲ ਕਰੀਏ, ਗੁਰੂ ਕੀ ਲਾਡਲੀਆਂ ਫੌਜਾਂ ਦੀ ਗੱਲ ਕਰੀਏ, ਉਹਨਾਂ ਨੇ ਆਪਣੇ ਵਸਤਰ, ਆਪਣੇ ਸ਼ਸਤਰ, ਆਪਣੀ ਸ਼ਸਤਰ ਵਿਦਿਆ, ਰੋਹ ਰੀਤਾਂ ਨੂੰ ਉਸੇ ਤਰ੍ਹਾਂ ਕਾਇਮ ਰੱਖਿਆ ਹੋਇਆ ਹੈ। ਜਦੋਂ ਕੋਈ ਸੱਜ ਧੱਜ ਕੇ ਕੋਈ ਨਿਹੰਗ ਸਿੰਘ ਕਿਤੋਂ ਗੁਜ਼ਰਦਾ ਹੈ, ਲੋਕੀ ਉਹਦੇ ਵੱਲ ਇਸ ਤਰ੍ਹਾਂ ਦੇਖਦੇ ਆ ਜਿੱਦਾਂ ਲੰਡਨ ਆਈ ਨੂੰ ਦੇਖਦੇ ਹੋਣ, ਜਿੱਦਾਂ ਲੰਡਨ ਬ੍ਰਿਜ ਨੂੰ ਦੇਖਦੇ ਹੋਣ, ਜਾਂ ਪਾਰਲੀਮੈਂਟ ਸਕੁਅਰ ਨੂੰ ਦੇਖਦੇ ਹੋਣ। ਉਹ ਆਪਣੇ ਆਪ ਦੇ ਵਿੱਚ ਇੱਕ ਆਕਰਸ਼ਣ ਜੋ ਹੈ ਆਪਣੇ ਆਪ 'ਚ ਪੈਦਾ ਕਰਦਾ ਹੈ, ਕਿਉਂਕਿ ਉਹ ਸਾਡੀ ਵਿਰਾਸਤ ਹੈ, ਸਾਡਾ ਪੁਰਾਣਾ ਜੋ ਹੈ ਪਹਿਰਾਵਾ ਹੈਗਾ, ਜੋ ਸਾਡੇ ਸਦੀਆਂ ਤੋਂ ਸਾਨੂੰ ਮਿਲਿਆ ਹੈਗਾ ਆ। ਇਸੇ ਤਰ੍ਹਾਂ ਹੁਣ ਜੇ ਅਸੀਂ ਗੱਲ ਕਰੀਏ, ਅਸੀਂ ਆਪਣੇ ਨੋਰਮਲ ਪਹਿਰਾਵੇ ਦੀ ਗੱਲ ਕਰ ਲਈ, ਤੇ ਸਕੂਲਾਂ ਦੇ ਵਿੱਚ ਹੁਣ ਸਾਨੂੰ ਪਤਾ ਹਰੇਕ ਸਕੂਲ ਦੀ ਇੱਕ ਆਪਣੀ ਯੂਨੀਕ ਡਰੈਸ ਕੋਡ ਹੁੰਦਾ ਹੈਗਾ ਆ। ਕਲਗੀਧਰ ਟਰੱਸਟ ਬੜੂ ਸਾਹਿਬ ਦੇ ਵਿੱਚ ਮੈਂ ਇਹ ਚੀਜ਼ ਦੇਖੀ ਹੈਗੀ ਆ ਕਿ ਉਹ ਬਾਣੀ ਤੇ ਬਾਣੇ ਦੇ ਉੱਪਰ ਪਹਿਰਾ ਦੇ ਰਹੇ ਹੈਗੇ ਆ, ਦ੍ਰਿੜਤਾ ਦੇ ਨਾਲ ਪਹਿਰਾ ਦੇ ਰਹੇ ਹੈਗੇ ਆ। ਇਹ ਦੋ ਚੀਜ਼ਾਂ ਨੂੰ ਸਾਂਭਣ ਦੇ ਵਿੱਚ ਉਹਨਾਂ ਨੇ ਬੜੀ ਪ੍ਰਮੁੱਖ ਭੂਮਿਕਾ ਨਿਭਾਉਂਦੇ ਆ ਰਹੇ ਹੈਗੇ ਆ। ਜਦੋਂ ਤੋਂ ਚੱਲਿਆ ਜੋ ਉਹਨਾਂ ਨੇ ਜੋ ਪਿਓਰਿਟੀ ਉਦੋਂ ਰੱਖੀ, ਅੱਜ ਵੀ ਉਹੀ ਬਰਕਰਾਰ ਰੱਖੀ ਹੋਈ ਹੈ। ਕਿਸੇ ਤਰ੍ਹਾਂ ਦੀ ਕੋਈ ਮਿਲਾਵਟ ਇਹਦੇ ਵਿੱਚ ਨਹੀਂ ਹੋਣ ਦਿੱਤੀ। ਕੀ ਕਹਿਣਾ ਚਾਹੋਗੇ? ਥੈਂਕ ਯੂ ਬੱਬਲ ਸਾਹਿਬ। ਜਿਹੜਾ ਤੁਸੀਂ ਦੱਸਿਆ ਕਿ 20ਵੀਂ ਸਦੀ ਦੇ ਵਿੱਚ ਜੋ ਵੀ ਚੇਂਜਸ ਆਈਆਂ, ਉਹਦੇ ਵਿੱਚ ਵਾਕਿਆ ਹੀ ਇੱਕ ਟੈਕਨੋਲੋਜੀਕਲ ਡਿਵੈਲਪਮੈਂਟ ਦੇ ਨਾਲ, ਉਹਦੇ ਨਾਲ ਨਾਲ ਕਿ ਜੋ ਕਲਚਰਲ ਚੇਂਜਸ ਆਈਆਂ, ਉਹਨਾਂ ਦੇ ਵਿੱਚ ਜੋ ਨਿਗਾਰ ਆਇਆ ਉਹ ਸਾਡੇ ਸਾਰਿਆਂ ਦੇ ਸਾਹਮਣੇ ਹੀ ਹੈ। ਪਰ ਇਹਦੇ ਨਾਲ ਨਾਲ ਹੀ ਅਸੀਂ ਇਸ ਚੀਜ਼ ਨੂੰ ਵੀ ਯਾਦ ਰੱਖੀਏ ਕਿ 20ਵੀਂ ਸਦੀ ਦੇ ਸਟਾਰਟ ਦੇ ਵਿੱਚ 1905-1907 ਦੇ ਆਸ-ਪਾਸ, ਜਦੋਂ ਸੰਤ ਅਤਰ ਸਿੰਘ ਜੀ ਮਹਾਰਾਜ ਅੱਜ ਤੋਂ ਪਹਿਲਾਂ, ਸਭ ਤੋਂ ਪਹਿਲਾਂ ਉਹਨੇ ਇਹ ਵਿਦਿਆ ਦਾ ਜੋ ਹੈ ਸੰਕਲਪ
ਪੰਜਾਬ ਦੀ ਧਰਤੀ ਉੱਤੇ ਸ਼ੁਰੂ ਕੀਤਾ ਕਿ ਲੜਕੀਆਂ ਦਾ ਕਾਲਜ ਦੀ ਸਥਾਪਨਾ ਕਰਕੇ ਕਿ ਲੜਕੀਆਂ ਵਾਸਤੇ ਵਿੱਦਿਆ ਕਿੰਨੀ ਜ਼ਰੂਰੀ ਹੈ। ਉਹ ਤੋਂ ਬਾਅਦ 1925 ਦੇ ਵਿੱਚ ਸਿੰਘ ਸਭਾ ਲਹਿਰ ਤੇ ਆਲ ਇੰਡੀਆ ਗੁਰਦੁਆਰਾ ਐਕਟ ਦੀਆਂ ਡਿਮਾਂਡਸ। ਉਹ ਤੋਂ ਬਾਅਦ ਫਿਰ ਆਜ਼ਾਦੀ ਦਾ ਸੰਘਰਸ਼, 1947 ਦੀ ਪੰਜਾਬ ਦੀ ਵੰਡ, ਮੈਂ ਤੇ ਪੰਜਾਬ ਦੀ ਵੰਡ ਹੀ ਕਹਾਂਗਾ, ਤੇ ਬਹੁਤ ਹੀ ਇੱਕ ਅਨਫੋਰਚੂਨੇਟ ਈਵੈਂਟ ਉਸ ਸੈਂਚਰੀ ਦਾ ਕਹਿ ਸਕਦੇ ਹਾਂ। ਤੇ ਉਹ ਤੋਂ ਬਾਅਦ ਅਸੀਂ ਜੋ ਹੋਇਆ ਉਹ ਤੋਂ ਅੱਗੇ 70 ਸਾਲ ਉਹ ਸਾਡੇ ਸਾਰਾ ਕੁਝ ਸਾਹਮਣੇ ਹੈ ਕਿ ਜੋ ਕਿ ਟਰਨਿੰਗ ਪੁਆਇੰਟ 1984 ਦਾ ਆਇਆ ਤੇ ਕੌਮ ਬਹੁਤ ਹੀ ਇੱਕ ਬੜੇ ਵਿਲੱਖਣ ਸੰਘਰਸ਼ ਤੇ ਬਹੁਤ ਹੀ ਇੱਕ ਜਿਸ ਤਰ੍ਹਾਂ ਦੇ ਚੈਲੰਜ ਜੋ ਕਦੀ ਅਸੀਂ ਸੁਪਨੇ 'ਚ ਵੀ ਨਹੀਂ ਸੋਚੇ ਹੋਣਗੇ, ਇਸ ਤਰ੍ਹਾਂ ਦੇ ਚੈਲੰਜਸ ਦੇ ਵਿੱਚੋਂ ਨਿਕਲੀ ਹੈ ਜੀ। ਸੋ ਇਹਨਾਂ ਦੇ ਨਾਲ ਹੀ ਤੁਸੀਂ ਨਿਹੰਗ ਸਿੰਘਾਂ ਦੀ ਗੱਲ ਕੀਤੀ ਹੈ। ਉਹ ਵਾਕਿਆ ਹੀ ਇਹਦੇ 'ਚ ਕੋਈ ਲੁਕਾਉਣ ਵਾਲੀ ਗੱਲ ਨਹੀਂ ਹੈ ਕਿ ਜਾਓ ਤੋਂ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੋਰੀ ਆਓ, ਇਤਮਾਰੂ ਪੈਰ ਤਰੀਜੇ ਸਿਰ ਦੀਜੇ ਕਾਣ ਨਾ ਕੀਜੇ। ਇਹ ਹੁਣ ਤੁਹਾਡੀ ਕਵਿਤਾ 'ਚ ਵੀ ਤੁਸੀਂ ਕਹਿ ਰਹੇ ਹੋ ਕਿ ਖੇਲ ਜਿਨ੍ਹਾਂ ਨੇ ਖੇਲੀ ਹੈ ਉਹਨਾਂ ਨੂੰ ਪਤਾ ਹੈ ਤੇ ਸਾਡੇ ਕੋਲ ਚਾਰਾ ਵੀ ਹੈ ਨਹੀਂ। ਇਹ ਖੇਲ ਜਿਹੜੀ ਹੈ ਨਾ, ਜਾਓ ਤੋਂ ਪ੍ਰੇਮ ਖੇਲਣ ਕਾ ਚਾਓ, ਇਹ ਤੋਂ ਬਿਨਾਂ ਸਾਡੇ ਕੋਲ ਹੋਰ ਕੋਈ ਚਾਰਾ ਵੀ ਹੈ ਨਹੀਂ। ਇਹ ਖੇਲ ਖੇਲਣੀ ਪੈਣੀ ਹੈ। ਸੋ ਸੰਤ ਅਤਰ ਜੀ ਮਹਾਰਾਜ ਨੇ 20ਵੀਂ ਸੈਂਚਰੀ ਦੇ ਸਟਾਰਟ ਦੇ ਵਿੱਚ ਜਿਸ ਇੱਕ ਆਰਗੇਨਾਈਜੇਸ਼ਨ ਦੀ ਫਾਊਂਡੇਸ਼ਨ ਰੱਖੀ, ਉਸ ਫਾਊਂਡੇਸ਼ਨ ਨੇ ਜੋ ਕਿ ਅਸਲ ਕੰਮ ਦੇਖੋ ਜੋ ਸੰਤ ਅਤਰ ਸਿੰਘ ਜੀ ਮਹਾਰਾਜ ਨੇ ਕੀਤਾ ਉਹ ਤੇ ਸਾਰੀ ਦੁਨੀਆ ਜਾਣਦੀ ਹੈ ਕਿ ਉਸ ਟਾਈਮ 14 ਲੱਖ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਤਿਆਰ ਕਰਨਾ। ਸਾਡੀ ਸਿੱਖ ਕੌਮ ਦੀ ਗਿਣਤੀ ਜੋ 7 ਲੱਖ ਰਹਿ ਗਈ ਸੀ ਉਹ ਜਾ ਕੇ ਮੁੜ ਕੇ 30 ਲੱਖ ਤੇ ਪਹੁੰਚਾਉਣੀ। ਤੇ ਉਹ ਤੋਂ ਬਾਅਦ ਸੰਤ ਤੇਜਾ ਸਿੰਘ ਜੀ ਮਹਾਰਾਜ ਜੋ ਕਿ ਬਾਹਰ ਵੈਸਟਰਨ ਵਰਲਡ ਦੇ ਵਿੱਚ ਜਾ ਕੇ ਸਿੱਖੀ ਦਾ ਪ੍ਰਚਾਰ, ਸਭ ਤੋਂ ਪਹਿਲਾਂ ਗੁਰੂ ਘਰ UK ਦੇ ਵਿੱਚ ਸੈੱਟ ਕਰਨਾ, ਕੈਨੇਡਾ ਦੇ ਵਿੱਚ ਆਪਣੇ ਇੰਡੀਅਨ ਵਰਕਰਸ ਦੇ ਰਾਈਟਸ ਵਾਸਤੇ ਫਾਈਟ ਕਰਨਾ, ਅਮਰੀਕਾ 'ਚ ਪਹਿਲਾਂ ਗੁਰੂ ਘਰ ਸੈੱਟ ਕਰਨਾ। ਸੋ ਵੈਸਟਰਨ ਵਰਲਡ ਦੇ ਵਿੱਚ ਇੱਕ ਸਿੱਖੀ ਦੇ ਜੋ ਮੈਸੇਂਜਰ ਬਣ ਕੇ ਗਏ, ਬੜੇ ਐਜੂਕੇਟਡ ਤਾਂ ਕਿ ਜੋ ਕਿ ਬਾਕੀ ਲੈਂਗੁਏਜਿਸ ਦੀ ਕਮਾਂਡ ਹੋਣ ਕਰਕੇ, ਇੱਕ ਵਕੀਲ ਹੋਣ ਕਰਕੇ ਉਹ ਬੜਾ ਲੀਗਲੀ ਤੇ ਪ੍ਰੋਫੈਸ਼ਨਲੀ ਸਾਡੇ ਜੋ ਪੰਜਾਬ ਦੇ ਇਮੀਗ੍ਰੈਂਟ ਸੀ ਉਹਨਾਂ ਦੇ ਹੱਕਾਂ ਵਾਸਤੇ ਇੱਕ ਆਵਾਜ਼ ਬੁਲੰਦ ਕੀਤੀ। ਸੋ ਉਹ ਵੀ ਇੱਕ ਤਰ੍ਹਾਂ ਦਾ ਇੱਕ ਰੈਵੋਲੂਸ਼ਨ ਸੀ। ਫਿਰ ਸੰਤ ਤੇਜਾ ਸਿੰਘ ਜੀ ਆਪਣੇ ਜੋ ਇਹਨੀ ਆ ਕੇ ਬਾਬਾ ਇਕਬਾਲ ਸਿੰਘ ਜੀ ਨੂੰ ਇਹਨਾਂ ਨੂੰ ਜੋ ਵੀ ਦ੍ਰਿਸ਼ਟੀਕੋਣ ਤੇ ਗਾਈਡੈਂਸ ਜੋ ਦਿੱਤੀ ਕਿ ਤੁਸੀਂ ਆਪਣੀ ਪੜ੍ਹਾਈ ਕਰੋ, ਉਹ ਤੋਂ ਬਾਅਦ ਸਰਵਿਸ ਕਰੋ। ਫਿਰ 400 ਏਕੜ ਦਾ ਜਿਹੜਾ ਬੜੂ ਸਾਹਿਬ ਕੰਪਲੈਕਸ ਖਰੀਦਿਆ ਤੇ 1984 ਤੋਂ ਬਾਅਦ ਜਾ ਕੇ ਉਹ ਬੜੂ ਸਾਹਿਬ ਦੀ ਸੰਸਥਾ ਜਿਹੜੀ ਪਹਿਲੇ 5 ਬੱਚਿਆਂ ਦੇ ਨਾਲ ਉੱਥੋਂ ਹਿਮਾਚਲ ਪ੍ਰਦੇਸ਼ ਬੜੂ ਸਾਹਿਬ ਹੈੱਡਕੁਆਟਰ 'ਚੋਂ ਇੱਕ ਸਕੂਲ ਕਲਾਸ ਰੂਪ ਦੇ ਵਿੱਚ ਇੱਕ ਸਕੂਲ ਸ਼ੁਰੂ ਕੀਤਾ ਪਹਿਲੇ 5 ਬੱਚਿਆਂ ਦੇ ਨਾਲ 1988-89। ਸੋ ਕਈ ਬਹੁਤੀ ਸੰਗਤਾਂ ਨੂੰ ਨਹੀਂ ਪਤਾ ਕਿ 84 ਵਿੱਚ ਇਹ ਸੰਸਥਾ ਹਾਲੇ ਨਹੀਂ ਆਪਰੇਸ਼ਨ 'ਚ ਨਹੀਂ ਆਈ ਸੀ। ਸੋ 88-89 ਦੇ ਵਿੱਚ ਪਹਿਲੇ ਬੜੂ ਸਾਹਿਬ ਜਿਹੜਾ ਕਿ ਹੁਣ ਬਹੁਤ ਵੱਡਾ ਰੈਜ਼ੀਡੈਂਸ਼ੀਅਲ ਸਕੂਲ ਹੈ, ਯੂਨੀਵਰਸਿਟੀ ਹੈ, ਕੰਪਲੈਕਸ ਹੈ, ਬਹੁਤ ਵੱਡਾ IB ਸਕੂਲ ਹੈ। ਸੋ ਉੱਥੇ 5-6 ਹਜ਼ਾਰ ਦੀ ਪਾਪੂਲੇਸ਼ਨ ਹੈ, ਆਪਣੇ ਆਪ 'ਚ ਇੱਕ ਟਾਊਨ ਹੈ। ਸੋ ਇਹ 88-89 ਦੇ ਵਿੱਚ ਹੀ ਸਿਰਫ 5 ਬੱਚਿਆਂ ਨਾਲ ਸ਼ੁਰੂ ਹੋ ਕੇ ਇੱਥੇ ਤੱਕ ਪਹੁੰਚਿਆ ਹੈ। ਸੋ ਬਹੁਤ ਵੱਡੀ ਤਰੱਕੀ ਹੈ ਜੋ ਇਸ ਸੰਸਥਾ ਦੇ ਬੜੇ ਬੇਸਿਕ ਜਿਹੇ ਅਸੂਲ ਹੈਗੇ ਨੇ। ਸਿੰਪਲਿਸਿਟੀ ਬਹੁਤ ਜ਼ਰੂਰੀ ਹੈ ਕਿਉਂਕਿ ਜਦੋਂ ਤੁਸੀਂ ਫੈਸ਼ਨ ਟਰੈਂਡ ਦੇ ਵਿੱਚ ਪੈ ਜਾਂਦੇ ਹੋ, ਹੋਰ ਆਪਣੀ ਜਿਹੜੀ ਟੈਕਨੋਲੋਜੀਕਲ ਡਿਵੈਲਪਮੈਂਟ ਕੰਪਲੈਕਸਿਟੀ ਸਾਡੀ ਮਾਈਂਡ ਡਿਸਟਰੈਕਟ ਹੋ ਜਾਂਦਾ, ਉਹ ਫਿਰ ਤੁਹਾਡਾ ਨਾ ਜਿਹੜਾ ਮੇਨ ਫੋਕਸ ਹੈ ਉਹ ਡਾਇਲਿਊਟ ਹੋ ਜਾਂਦਾ। ਸੋ ਸਿੰਪਲਿਸਿਟੀ ਉਹਦੇ 'ਚ ਹੈ ਕਿ ਬੜਾ ਇੱਕ ਸਿੰਪਲ ਯੂਨੀਫਾਰਮ ਦਾ ਕਨਸੈਪਟ ਜਿਸ ਤਰ੍ਹਾਂ ਤੁਸੀਂ ਮੈਂਸ਼ਨ ਕੀਤਾ ਉਹਨੂੰ ਲੈ ਕੇ ਚੱਲੇ ਕਿ ਸਾਬਤ ਸੂਰਤ ਦਸਤਾਰ ਸਿਰਾ। ਸੋ ਸਾਬਤ ਸੂਰਤ ਦਸਤਾਰ ਸਿਰਾ ਦੇ ਪ੍ਰਿੰਸੀਪਲ ਨੂੰ ਲੈ ਕੇ ਇੱਕ ਚੂੜੀਦਾਰ ਪਜਾਮਾ ਕੁੜਤਾ ਤੇ ਸਿਰ ਦੇ ਉੱਤੇ ਸਿੰਪਲ ਦਸਤਾਰ, ਇਹ ਯੂਨੀਫਾਰਮ ਸਕੂਲਾਂ ਦੀ ਸ਼ੁਰੂ ਕੀਤੀ। ਸੋ ਸਿੰਪਲਿਸਿਟੀ, ਉਹ ਤੋਂ ਬਾਅਦ ਓਨੈਸਟੀ। ਬਾਕੀ ਜਦੋਂ ਤੁਸੀਂ ਇਹਨਾਂ ਦੇ ਵਿੱਚ ਵਿਚਰਦੇ ਹੋ ਬੱਚਿਆਂ ਦੇ ਵਿੱਚ, ਕਿਉਂਕਿ ਉਹਨਾਂ ਦਾ ਸਾਰਾ ਫੋਕਸ ਹੈ, ਸਭ ਤੋਂ ਪਹਿਲਾ ਫੋਕਸ ਹੈ ਉਹਨਾਂ ਦਾ ਕਿ ਆਪਣਾ ਸਿੱਖੀ ਸਰੂਪ ਸੰਭਾਲਣਾ ਹੈ। ਦੂਸਰਾ ਫੋਕਸ ਉਹਨਾਂ ਦਾ ਇਹ ਹੈ ਕਿ ਗੁਰਬਾਣੀ ਸ਼ਬਦ ਗੁਰੂ ਦੇ ਨਾਲ ਨਿਤਨੇਮ ਜ਼ਰੂਰ ਆਪਣਾ ਪੂਰਾ ਰੱਖਣਾ ਹੈ ਤੇ ਵਧਾਉਣਾ ਹੈ ਤਾਂ ਕਿ ਅਸੀਂ ਗੁਰਬਾਣੀ ਨਾਲ ਜੁੜੇ ਰਹੀਏ। ਤੇ ਤੀਸਰਾ ਹੈ ਇੰਟੈਗ੍ਰਿਟੀ ਹੈ ਕਿ ਉਹ ਜੋ ਸਿੱਖ ਦਾ ਕਰੈਕਟਰ ਹੈ, ਜੋ ਕਿ ਇੱਕ ਅਡੋਲ ਕਰੈਕਟਰ
ਇੱਕ ਸਹਿਜ ਅਵਸਥਾ ਵਾਲਾ ਜੀਵਨ ਉਹ ਵਿਚਰਨਾ ਹੈ। ਬਾਕੀ ਜੋ ਮਰਜ਼ੀ ਦੁਨੀਆ 'ਚ ਹੋਈ ਜਾਵੇ, ਹਾਲਾਤ ਉਹਨਾਂ ਦੇ ਉੱਤੇ ਕੋਈ ਅਸਰ ਨਹੀਂ ਹੁੰਦਾ। ਸੋ ਇਸ ਤਰ੍ਹਾਂ ਦੇ ਅਸੂਲਾਂ ਵਾਲੀ ਇੱਕ ਆਰਗੇਨਾਈਜੇਸ਼ਨ ਜੋ ਹੋਂਦ ਵਿੱਚ ਆਈ, ਅੱਜ ਅਸੀਂ ਜਦੋਂ ਝਾਤ ਮਾਰਦੇ ਹਾਂ ਪੰਜਾਬ ਦੇ ਵਿੱਚ ਹਾਲਾਤਾਂ ਦੀ ਕਿ ਕਿਸ ਤਰ੍ਹਾਂ ਹੁਣ ਖਾਸ ਕਰਕੇ ਸੰਗਤਾਂ ਦੇਖ ਰਹੀਆਂ ਹੋਣਗੀਆਂ ਹਰ ਚੈਨਲ ਦੇ ਉੱਤੇ ਕਿਸ ਤਰ੍ਹਾਂ ਦੇ ਡਿਸਕਸ਼ਨ ਹੋ ਰਹੇ ਨੇ, ਕੀ ਹੈ, ਪਰ ਮੈਂ ਤੇ ਉਹ ਚੀਜ਼ਾਂ ਮੈਂ ਤਾਂ ਟੋਟਲ ਵੇਸਟ ਆਫ ਟਾਈਮ ਹੀ ਸਮਝਾਂਗਾ, ਕਿਉਂਕਿ ਇਹਦੇ 'ਚੋਂ ਨਿਕਲਣਾ ਕੁਛ ਨਹੀਂ, ਪਾਣੀ 'ਚ ਮਧਾਣੀ ਪਾਉਣੇ ਵਾਲਾ ਕੰਮ ਹੈ। ਉਹ ਕਹਿੰਦੇ ਹੁੰਦੇ ਨੇ ਕਿ ਚੋਰਾਂ ਦੀ ਟੋਲੀ ਇੱਕੋ ਹੀ ਬੋਲੀ। ਸੋ ਜਿਹੜੀ ਮਰਜ਼ੀ ਪਾਰਟੀ ਦੀ ਗੱਲ ਸੁਣ ਲਓ, ਜਿਹੜੀ ਮਰਜ਼ੀ ਪਾਰਟੀ ਦਾ ਤੁਸੀਂ ਉਹ ਚੋਣ ਮੈਨੀਫੈਸਟੋ ਦੇਖ ਲਓ। ਸੋ ਉਹ ਇੱਕ ਸੰਗਤਾਂ ਨੂੰ ਬੇਵਕੂਫ ਬਣਾਉਣ ਵਾਲਾ ਹੀ ਇਹ ਦਾ ਪੇਚ ਹੀ ਹੈ। ਕੋਈ ਅੱਜ ਕਿਸੇ ਪਾਰਟੀ 'ਚ, ਕੱਲ੍ਹ ਨੂੰ ਕਿਸੇ ਪਾਰਟੀ ਦੇ ਵਿੱਚ, ਤੇ ਉਹ ਚੋਰ ਮਸੇਰੇ ਭਾਈ ਵਾਲੀ ਗੱਲ ਹੈ ਕਿ ਬਸ ਰਲ ਮਿਲ ਕੇ ਭੋਲੀ ਭਾਲੀ ਸੰਗਤ ਨੂੰ ਲੁੱਟੀ ਜਾਓ ਤੇ ਜਿੱਥੇ ਤੱਕ ਆਪਣੇ ਘਰ ਭਰੋ। ਤੇ ਜਿੱਥੇ ਤੱਕ ਪੰਜਾਬ ਦੀ ਬਰਬਾਦੀ ਹੈ, ਮੈਂ ਤੇ ਹੁਣ ਨਹੀਂ ਸੋਚ ਸਕਦਾ ਵੀ ਇਹ ਤੋਂ ਜ਼ਿਆਦਾ ਹੋਰ ਕੀ ਹੋ ਸਕਦਾ। ਦੇਖੋ, ਜੇ ਗੁਜਰਾਤ ਵਰਗੀ ਸਟੇਟ ਇੱਕ ਨਸ਼ਾ ਮੁਕਤ ਹੋ ਸਕਦੀ ਹੈ ਤਾਂ ਪੰਜਾਬ ਦੇ ਵਿੱਚ ਜਿਹੜੀ ਕਿ ਗੁਰੂਆਂ ਪੀਰਾਂ ਦੀ ਧਰਤੀ ਹੈ, ਤੇ ਇਹਦੇ 'ਚ ਤਾਂ ਸਾਡਾ ਸੰਕਲਪ ਹੀ ਹੈ ਕਿ ਨਾਮ ਕੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ, ਤੇ ਉੱਥੇ ਹੋਰ ਹੀ ਕੁਮਾਰੀਆਂ ਚੜ੍ਹੀਆਂ ਹੋਈਆਂ ਨੇ। ਸੋ ਇਸ ਪਾਸੋਂ ਤੇ ਅਸੀਂ ਬਿਲਕੁਲ ਫੇਲ ਹੋਏ ਹਾਂ ਕਿ ਪੰਜਾਬ ਦੇ ਵਿੱਚ ਕੋਈ ਵੀ ਸੰਸਥਾ ਹੋਵੇ ਜਿਹੜੀ ਕਿ ਪੰਜਾਬ ਨੂੰ ਇਸ ਵੇਲੇ ਇਸ ਚਿੱਕੜ ਦੇ ਵਿੱਚੋਂ, ਜੋ ਕਿ ਇਸ ਤਰ੍ਹਾਂ ਦੀ ਦਲਦਲ ਹੈ ਜਿਹਦੇ ਵਿੱਚ ਨਿਕਲਣਾ ਹੀ ਲੱਗਦਾ ਕਿ ਬੜਾ ਮੁਸ਼ਕਲ ਹੈ, ਕਿ ਜਿਹੜਾ ਇਹਦੇ 'ਚੋਂ ਕੱਢ ਸਕੇ। ਸੋ ਇੱਦਾਂ ਦੇ ਮਾਹੌਲ ਦੇ ਵਿੱਚ ਸੋ ਸਾਨੂੰ ਹੁਣ ਇੱਕੋ ਹੀ ਰਾਸਤਾ, ਜਦੋਂ ਝਾਤ ਮਾਰੀਏ ਪੰਜਾਬ ਦੇ ਵਿੱਚ ਹੁਣ ਦੇ ਹਾਲਾਤਾਂ, ਤੇ ਇੱਕੋ ਇੱਕ ਆਰਗੇਨਾਈਜੇਸ਼ਨ ਸਾਹਮਣੇ ਦਿਸਦੀ ਹੈ ਕਿ ਜੇ ਇਸੀ ਪੈਟਰਨ ਦੇ ਉੱਤੇ ਸਾਡੇ ਕੋਲ 130 ਅਕੈਡਮੀਜ਼ ਨੇ ਹੈਗੀਆਂ। ਅਸੀਂ ਨਹੀਂ ਕਹਿੰਦੇ, ਕਿਉਂਕਿ ਬਾਬਾ ਜੀ ਕਹਿੰਦੇ ਹੋਏ ਕਿ ਭਾਈ ਉਹਨਾਂ ਦਾ ਜਿਹੜਾ ਮਿਸ਼ਨ ਹੈ ਉਹ ਹੈ ਕਿ ਸਿੱਖ ਸੰਗਤਾਂ ਨੂੰ ਸ਼ਬਦ ਗੁਰੂ ਦੇ ਨਾਲ ਜੋੜਨਾ, ਤੇ ਗੁਰੂ ਗ੍ਰੰਥ ਸਾਹਿਬ ਜੀ ਜੋ ਇੰਪੋਰਟੈਂਸ ਹੈ, ਲਿਵਿੰਗ ਗੁਰੂ ਦੀ ਇੰਪੋਰਟੈਂਸ ਹੈ, ਉਹਨੂੰ ਸਮਝਣਾ ਤੇ ਉਹਦੇ ਹਿਸਾਬ ਨਾਲ ਆਪਣਾ ਜੀਵਨ ਬਤੀਤ ਕਰਨਾ। ਸੋ ਸੰਸਥਾ ਭਾਵੇਂ 10 ਹੋਰ ਆ ਜਾਣ, ਪਰ ਪੈਟਰਨ ਇਹੋ ਰਹੇ ਕਿ ਸਿੱਖੀ ਸਰੂਪ ਦੇ ਉੱਤੇ ਅਸੀਂ ਕੰਪਰੋਮਾਈਜ਼ ਨਹੀਂ ਕਰ ਸਕਦੇ, ਕਿਉਂਕਿ ਜੇ ਅਸੀਂ ਆਪਣੇ ਗੁਰੂਆਂ ਦੀ ਕੁਰਬਾਨੀ ਦੇਖਦੇ ਹਾਂ, ਆਪਣੇ ਛੋਟੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਦੇਖਦੇ ਹਾਂ, ਤਾਂ ਇਹ ਤੇ ਕੁਛ ਵੀ ਨਹੀਂ ਹੈ ਕਿ ਅਸੀਂ ਉਹਨਾਂ ਤੇ ਮਾਣ ਕਰਕੇ ਉਹਨਾਂ ਦੇ ਲਈ ਆਪਣੀ ਸਾਡੀ ਇੱਕ ਜੇ ਮਿਨੀਮਮ ਸ਼ਰਧਾ ਇਹੋ ਹੀ ਹੈ ਕਿ ਭਾਈ ਅਸੀਂ ਉਹਨਾਂ ਦੇ ਨਾਂ ਦੇ, ਉਹਨਾਂ ਦੀ ਸ਼ਹਾਦਤ ਦੇ ਉੱਤੇ ਇੱਕ ਤਰ੍ਹਾਂ ਦਾ ਸਿੱਖੀ ਸਰੂਪ ਦੇ ਵਿੱਚ ਰਹਿ ਕੇ ਪਹਿਰਾ ਦਈਏ। ਤੇ ਦੂਸਰਾ ਤੇ ਹੈ ਹੀ ਕਿ ਦੇਖੋ, ਇਹ ਤੋਂ ਵੱਡਾ ਜੋ ਮੈਸੇਜ ਦਸਾਂ ਗੁਰੂਆਂ ਦੀ ਜੋਤ, ਗੁਰੂ ਗੋਬਿੰਦ ਸਿੰਘ ਜੀ ਤੇ ਉਹ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ, ਜੋ ਇੱਕ 239 ਸਾਲ ਦੇ ਵਿੱਚ ਜੋ ਸਮ ਅਪ ਮੈਸੇਜ ਸਾਰੀਆਂ ਸੰਗਤਾਂ ਵਾਸਤੇ ਸੀਗਾ। ਆਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲ ਬੋਝ ਹੈ ਖੋਜ, ਸ਼ਬਦ ਮੈਂ ਲਏ ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਈ, ਖੁਆਰ ਹੋਏ ਸਭ ਮਿਲेंगे, ਬਚੇ ਸ਼ਰਨ ਜੋ ਹੋਏ। ਦੇਖੋ, ਇਹ 239 ਸਾਲ ਦੀ ਘਾਲਣਾ ਤੋਂ ਬਾਅਦ ਇਹ ਇੱਕ ਐਡਾ ਵੱਡਾ ਡਾਇਰੈਕਸ਼ਨ ਹੈ, ਇੱਕ ਡੈਸਟੀਨੇਸ਼ਨ ਹੈ, ਇੱਕ ਗੋਲ ਹੈ ਕੌਮ ਵਾਸਤੇ, ਜਿਹਨੂੰ ਅਸੀਂ ਬਹੁਤ ਹੀ ਜ਼ਿਆਦਾ ਅਣਗੌਲਿਆ ਕਰ ਦਿੱਤਾ। ਭਾਵੇਂ ਅਸੀਂ 2 ਵਕਤ ਹਰ ਘਰ ਦੇ ਵਿੱਚ, ਹਰ ਗੁਰੂ ਘਰ ਦੇ ਵਿੱਚ ਇਸ ਮੈਸੇਜ ਨੂੰ ਅਸੀਂ ਪੜ੍ਹਦੇ ਹਾਂ, ਪਰ ਅਮਲੀ ਰੂਪ ਦੇ ਉੱਤੇ ਜੇ ਦੇਖਿਆ ਜਾਵੇ ਤੇ ਉਹ ਜੋ ਸਾਨੂੰ ਅੱਜ ਉਹ ਦੇਖਣੀ ਜੋ ਪ੍ਰੋਗਰੈਸ ਚਾਹੀਦੀ ਸੀ, ਉਹ ਸਾਹਮਣੇ ਨਹੀਂ ਆ ਰਹੀ। ਸੋ ਤੇ ਤੁਹਾਡਾ ਜੋ ਸਵਾਲ ਸੀਗਾ ਉਹਦਾ ਇਹੀ ਹੈ ਕਿ ਵਾਕਿਆ ਇਹਦਾ ਕੋਈ ਹੋਰ ਸ਼ਾਰਟਕਟ ਨਹੀਂ ਹੈਗਾ। ਬਿਲਕੁਲ ਇਹ ਜਿਹੜੀ ਵਿਦਿਆ ਹੈ ਉਸ ਵਿਦਿਆ ਦੇ ਉੱਤੇ ਕਨਸੈਂਟਰੇਟ ਕਰਕੇ ਇਸੀ ਪੈਟਰਨ ਦੇ ਉੱਤੇ ਸਾਨੂੰ ਭਾਵੇਂ ਦਾ ਟਰਸਟੀ ਹੋਵੇ ਜਾਂ ਹੋਰ ਆਰਗੇਨਾਈਜੇਸ਼ਨ ਹੋਵੇ, ਇਸੀ ਪੈਟਰਨ ਦੇ ਉੱਤੇ ਅਸੀਂ ਜਦੋਂ ਪੰਜਾਬ ਦੇ ਵਿੱਚ 500 ਸਕੂਲ ਬਣ ਜਾਏਗਾ। ਇਸ ਵੇਲੇ ਜਿਹੜੇ 130 ਸਕੂਲ ਆ ਉਹ ਅੱਧੇ ਕੁ ਪੰਜਾਬ ਨੂੰ ਕਵਰ ਕਰਦੇ ਨੇ, 6,500 ਪਿੰਡ ਦੇ ਬੱਚੇ ਪੜ੍ਹਦੇ ਨੇ, ਪਰ ਉਹ ਬੱਚੇ ਬੜੀ ਦੂਰੋਂ 50 ਕਿਲੋਮੀਟਰ ਤੋਂ ਟਰੈਵਲ ਕਰਕੇ ਆਉਂਦੇ ਨੇ। ਸੋ ਬਾਬਾ ਜੀ ਦਾ ਮਿਸ਼ਨ ਹੈ ਕਿ 500 ਸਕੂਲਾਂ ਦਾ ਇੱਕ ਸਟਰੋਂਗ ਨੈਟਵਰਕ ਇਸ ਤਰ੍ਹਾਂ ਦਾ ਬਣ ਜਾਏ, ਜਿਹੜਾ ਕਿ ਸਿੱਖੀ ਸਰੂਪ ਅਤੇ ਸ਼ਬਦ ਗੁਰੂ ਤੇ ਪਿੰਡ ਦੇ ਵਿੱਚ ਜੋ ਹੁਣ ਹਰ ਜਗ੍ਹਾ ਗੁਰੂ ਗ੍ਰੰਥ ਸਾਹਿਬ ਜੀ ਦਾ ਹੋ ਰਹੀ ਹੈ, ਬੇਅਦਬੀ ਹੋ ਰਹੀ ਹੈ, ਇਹ ਬੇਅਦਬੀਆਂ ਤਾਂ ਹੀ ਰੁਕ ਸਕਦੀਆਂ ਕਿ ਹਰ ਇੱਕ ਪਿੰਡ ਦੇ ਵਿੱਚ, ਹਰ ਇੱਕ ਗੁਰੂ ਘਰ ਦੇ ਵਿੱਚ ਸਹਿਜ ਪਾਠਾਂ ਦੀ ਲਹਿਰ ਚੱਲੇ ਤੇ ਗੁਰੂ ਘਰ ਨੂੰ ਬਿਲਕੁਲ ਇਸ ਤਰ੍ਹਾਂ ਨਾ ਛੱਡਿਆ ਜਾਵੇ ਕਿ ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਅਸੀਂ ਜੇ ਉਹਨਾਂ ਨੂੰ ਪ੍ਰਗਟ ਗੁਰਾਂ ਕੀ ਦੇ ਮੰਨਦੇ ਹਾਂ, ਤਾਂ ਫਿਰ ਇਹਦਾ ਮਤਲਬ ਹੈ ਕਿ ਉਹ ਜ਼ਰੂਰ ਹੈ ਆਪਣੇ ਗੁਰੂ ਦੀ ਸੰਗਤ। ਅਸੀਂ ਭਾਵੇਂ ਪਿੰਡਾਂ ਦੇ ਵਿੱਚੋਂ 1 ਘੰਟਾ ਜਾ ਕੇ ਰੌਲਾ ਲਾ ਕੇ ਆਪਣਾ ਸਹਿਜ ਪਾਠ ਦਾ ਜੋ ਵੀ ਹੈ ਉਹ ਲੜੀ ਚੱਲਦੀ ਰਹੇ,
ਤਾਂ ਕਿ ਇਹ ਜਿਹੜੀਆਂ ਬੇਅਦਬੀਆਂ ਦੇ ਉੱਤੇ ਠੱਲ ਪਾ ਸਕੀ ਜਾਵੇ। ਸੋ ਇਹ ਸਾਡਾ ਤਾਂ ਅਸੀਂ ਹਰ ਇੱਕ ਪ੍ਰੋਗਰਾਮ 'ਚ ਇਹੀ ਦੱਸਦੇ ਹਾਂ ਕਿ ਪੰਜਾਬ ਦਾ ਹੱਲ ਹੀ ਇੱਕੋ ਹੈ ਕਿ ਜਿੱਥੋਂ ਅਸੀਂ ਖੁੰਝੇ ਹਾਂ ਉੱਥੇ ਅਸੀਂ ਮੁੜ ਕੇ ਜਾਈਏ ਤੇ ਸਾਰਾ ਸੋਚ ਵਿਚਾਰ ਕਰਕੇ ਉੱਥੋਂ ਇੱਕ ਅਸੀਂ ਨਵੀਂ ਸੇਧ ਲੈ ਕੇ ਤੇ ਉਹੀ ਜੋ ਮੈਸੇਜ ਜੋ ਗੁਰੂ ਸਾਹਿਬਾਨਾਂ ਦਾ ਮੈਸੇਜ ਸਾਨੂੰ 239 ਸਾਲਾਂ ਦੀ ਘਾਲਣਾ ਤੋਂ ਬਾਅਦ ਮਿਲਿਆ, ਅਸੀਂ ਉਹਦੇ ਤੇ ਪ੍ਰੈਕਟੀਕਲੀ ਕੋਈ ਪਹਿਰਾ ਦਈਏ, ਪ੍ਰੈਕਟੀਕਲੀ ਉਹਦੇ ਵਿੱਚੋਂ। ਕਿਉਂਕਿ ਹੁਣ ਦੇਖ ਲਓ ਕਿੰਨੀਆਂ ਚੈਨਲਾਂ ਦੇ ਵਿੱਚ ਇਹੋ ਬਿਲਕੁਲ ਸਿਰ ਖਪਾਈ ਤੇ ਪੰਜਾਬ 'ਚ ਕੀ ਹੈ, ਕਾਹਦਾ ਰਾਜ ਹੈ ਇਸ ਵੇਲੇ, ਜਿਸ ਕੀ ਲਾਠੀ ਉਸੀ ਕੀ ਬੈਂਸ। ਸੋ ਇਹ ਪੰਜਾਬੀ ਦੀਆਂ ਕਹਾਵਤਾਂ ਇਹ ਬੜਾ ਵਧੀਆ ਸਮ ਅਪ ਕਰਦੀਆਂ ਹਨ, ਜਿਸ ਦੀ ਕੋਠੀ ਵਿੱਚ ਦਾਣ ਹੈ ਉਸਦੇ ਕਮਲੇ ਵੀ ਸਿਆਣੇ। ਸੋ ਇਹ ਜਿਹੜੇ ਸਾਡੇ ਸੰਸਕਾਰ ਆ, ਜਿਹੜੇ ਸੰਸਕਾਰ ਤੇ ਵੈਲਿਊਜ਼ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਸਾਨੂੰ ਮਿਲਦੇ ਨੇ, ਉਹ ਤੇ ਕੋਈ ਕਰਮਾਂ ਵਾਲਾ ਜਿਹਦੇ ਕੋਈ ਕਰਮ ਚੰਗੇ ਨੇ ਉਹ ਉਹਨਾਂ ਦਾ ਆਨੰਦ ਲੈ ਰਿਹਾ। ਬਾਕੀ ਜਦੋਂ ਪੂਰੇ ਸੰਗਤੀ ਰੂਪ 'ਚ ਅਸੀਂ ਦੇਖਦੇ ਹਾਂ ਤਾਂ ਹਾਲਾਤ ਜੋ ਹੈ ਇਸ ਵੇਲੇ ਬਹੁਤ ਹੀ ਮਾੜੇ ਹਨ। ਜੀ ਬਿਲਕੁਲ ਜੀ, ਤੁਸੀਂ ਹਾਲਾਤਾਂ ਦੀ ਗੱਲ ਕੀਤੀ ਹੈ, ਤੁਸੀਂ ਹਿਸਟਰੀ ਵੀ ਦੱਸੀ ਹੈਗੀ ਹੈ, ਬੜਾ ਵਧੀਆ ਤੁਸੀਂ ਬਲੈਂਡ ਕੀਤਾ ਕਿ 20th ਸੈਂਚੁਰੀ ਜਿੱਥੇ ਕਿ ਇੰਨਾ ਵੱਡਾ ਕਲਚਰਲ ਚੇਂਜ ਹੋ ਰਹੀ ਸੀਗੀ, ਉੱਥੇ ਹੀ ਅਤਰ ਸਿੰਘ ਜੀ ਮਹਾਰਾਜ ਨੇ ਦੇਖੋ ਉਸੇ ਵਕਤ ਇੱਕ ਲਹਿਰ ਚਲਾਈ, ਜਿਸ ਤਰ੍ਹਾਂ ਤੁਸੀਂ ਦੱਸਿਆ ਹੈ ਨਾ ਕਿ ਉਹਨੇ ਜਿਹੜਾ ਹੈਗਾ ਇਹ ਜੋ ਉਸ ਵਕਤ ਦਾ ਵਰਤਾਰਾ ਸੀਗਾ, ਜੋ ਕਮਜ਼ੋਰ ਹੋ ਰਹੀਆਂ ਜੜ੍ਹਾਂ ਸੀਗੀਆਂ, ਉਹਦੇ ਵਿੱਚ ਇੱਕ ਖਾਦ ਦਾ ਪਾਣੀ ਦਾ ਜੋ ਹੈ ਕੰਮ ਕੀਤਾ ਹੈਗਾ ਆ। ਸੋ ਤੁਸੀਂ ਦੱਸ ਰਹੇ ਹੋ ਕਿ ਤੁਹਾਡੇ ਸਕੂਲਾਂ ਨੇ ਇਹ ਕਿਉਂ ਜਿਹੜੀ ਹੈ ਇਹ ਬਾਣੇ ਦੇ ਨਾਲ ਜੁੜੇ ਹੈਗੇ ਆ, ਕਿਉਂ ਇਹਨੂੰ ਮੇਨਟੇਨ ਰੱਖਿਆ ਹੈਗਾ? ਕਿਉਂਕਿ ਇਹ ਸਮੇਂ ਦੀ ਜ਼ਰੂਰਤ ਹੈ, ਕਿਉਂਕਿ ਜੋ ਮਹਾਂਪੁਰਸ਼ ਹੁੰਦੇ ਹੈਗੇ ਆ ਉਹਨਾਂ ਦੀ ਦੂਰਅੰਦੇਸ਼ੀ ਬਹੁਤ ਦੂਰ ਹੁੰਦੀ ਹੈਗੀ ਹੈ। ਸੋ ਉਹਨਾਂ ਨੇ ਇਸੇ ਕਰਕੇ ਇਹ ਡਰੈਸ ਕੋਡ ਹੀ ਇਸ ਤਰ੍ਹਾਂ ਦਾ ਬਣਾ ਲਿਆ ਕਿ ਜਿਹਦੇ ਨਾਲ ਇੱਕ ਡਰੈਸ ਕੋਡ ਵੀ ਬਣ ਗਿਆ, ਇੱਕ ਡਿਸਿਪਲਿਨ ਵੀ ਬਣ ਗਿਆ, ਤੇ ਨਾਲ ਦੀ ਨਾਲ ਉਸ ਚੀਜ਼ ਨੂੰ ਜੋ ਹੈ ਬੱਚੇ ਆਈ ਬਿਲੀਵ ਕਿ ਪ੍ਰਾਊਡਲੀ ਕੈਰੀ ਕਰਨਗੇ, ਹੈ ਨਾ ਜੀ। ਇਹਨੂੰ ਪ੍ਰਾਊਡਲੀ ਕੈਰੀ ਕਰਨਾ ਵੀ ਬਹੁਤ ਜ਼ਰੂਰੀ ਹੈਗਾ ਆ। ਸੋ ਅਸੀਂ ਅਟਵਾਲ ਸਾਹਿਬ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਪ੍ਰੋਬਲਮ ਬਹੁਤ ਵੱਡੀ ਹੈਗੀ ਹੈ, ਅਸੀਂ ਸਾਰੇ ਹੀ ਪੰਜਾਬ ਦੇ ਨਾਲ ਹਮੇਸ਼ਾ ਹੀ ਕੰਸਰਨਡ ਹੁੰਦੇ ਹੈਗੇ ਆ। ਸਾਡਾ ਪਰਪਸ ਜਿਹੜਾ ਕੰਸਰਨਡ ਹੋਣ ਦਾ ਇਹੀ ਹੈ ਕਿ ਅਸੀਂ ਪੰਜਾਬ ਦਾ ਭਲਾ ਹੀ ਚਾਹੁੰਦੇ ਹਾਂ, ਉਹਨੂੰ ਡੇ ਬਾਈ ਡੇ ਤਰੱਕੀ ਤੇ ਹੀ ਦੇਖਣਾ ਚਾਹੁੰਦੇ ਹਾਂ, ਉਹਨੂੰ ਖੁਸ਼ਹਾਲ ਹੀ ਦੇਖਣਾ ਚਾਹੁੰਦੇ ਹਾਂ। ਸੋ ਕਿਉਂਕਿ ਵੱਡੀ ਪ੍ਰੋਬਲਮ ਹੈਗੀ ਹੈ ਤੇ ਉਹਦੇ ਲਈ ਹੀ ਕਿ ਇਸੇ ਕਰਕੇ ਤੁਸੀਂ ਇੱਕ ਜਿਹੜਾ ਐਡੀਸ਼ਨਲ ਇੱਕ ਇਨੀਸ਼ੀਏਟਿਵ ਕੀਤਾ ਹੈਗਾ ਆ, ਐਜੂਕੇਟ ਟੂ ਸੇਵ ਜਿਹੜਾ ਪ੍ਰੋਜੈਕਟ ਹੈਗਾ ਆ ਮੇਨ ਕਲਗੀਧਰ ਟਰਸਟ ਦਾ, ਕਿ ਉਹਨੂੰ ਸਪੋਰਟ ਕਰਨ ਦੇ ਲਈ ਵੱਡੀ ਪ੍ਰੋਬਲਮ ਹੋਣ ਦੇ ਕਰਕੇ ਇੱਕ ਐਡੀਸ਼ਨਲ ਰਿਸੋਰਸ, ਇੱਕ ਐਡੀਸ਼ਨਲ ਜੋ ਕਹਿ ਲਓ ਤੁਸੀਂ ਇੱਕ ਇਨੀਸ਼ੀਏਟਿਵ ਲਿਆ, ਕਿ ਇਸੇ ਕਰਕੇ ਲਿਆ ਤੇ ਨਾਲੇ ਸਾਡੀ ਸੰਗਤਾਂ ਦੇ ਨਾਲ ਇਹ ਵੀ ਸਾਂਝ ਪਾਓ ਕਿ ਕਿਹੜਾ ਪ੍ਰੋਗਰਾਮ ਤੁਸੀਂ ਉਲੀਕ ਰਹੇ ਹੋ। ਹਾਂਜੀ ਬੱਬਲ ਸਾਹਿਬ, ਪ੍ਰੋਬਲਮ ਤਾਂ ਅਸੀਂ ਹੁਣ ਨੀਅਰਲੀ 1 ਸਾਲ ਤੋਂ ਜ਼ਿਆਦਾ ਹੋ ਗਿਆ ਅਸੀਂ ਰੀਬੂਟ ਪੰਜਾਬ ਦਾ ਪ੍ਰੋਗਰਾਮ ਵੀਕਲੀ ਕਰਦੇ ਸੀ, ਜਿਹਦੇ ਵਿੱਚ ਸੰਗਤਾਂ ਨੇ ਸਾਡਾ ਬਹੁਤ ਸਹਿਯੋਗ ਦਿੱਤਾ ਤੇ ਸੰਗਤਾਂ ਦਾ ਬਹੁਤ ਧੰਨਵਾਦ ਹੈ ਕਿ ਇਸ ਪ੍ਰੋਗਰਾਮ ਦੇ ਵਿੱਚ ਜਿੰਨੇ ਵੀ ਬੱਚੇ ਸਪਾਂਸਰ ਹੋਏ। ਸੋ ਅਸੀਂ ਨੀਅਰਲੀ ਜਦੋਂ ਦੇ ਉਹ ਪ੍ਰੋਗਰਾਮ ਸੰਗਤ ਟੀਵੀ ਤੋਂ ਹੀ ਸ਼ੁਰੂ ਹੋਏ ਸੀ, ਬਹੁਤ ਜਦੋਂ ਬਾਬਾ ਜੀ ਇੱਥੇ ਆਏ ਉਦੋਂ ਸ਼ੁਰੂ ਕੀਤੇ, ਫਿਰ ਵਿੱਚ ਸਟਾਪ ਹੋ ਗਏ, ਫਿਰ ਸ਼ੁਰੂ ਹੋਏ। ਤਾਂ ਹੁਣ ਇਹ ਲਗਾਤਾਰ ਜਦੋਂ ਤੋਂ ਸ਼ੁਰੂ ਕੀਤੇ ਨੇ, ਸ਼ੁਰੂ ਤੋਂ ਲੈ ਕੇ ਹੁਣ ਤੱਕ ਇਹੋ ਜਿਹੜਾ ਪ੍ਰੋਗਰਾਮ ਹੈ ਬੱਚੇ ਸਪਾਂਸਰ ਦਾ, ਨੀਅਰਲੀ ਯੂਕੇ 'ਚੋਂ ਹਾਲੇ 1000 ਬੱਚੇ ਦੇ ਆਸ-ਪਾਸ ਅਸੀਂ ਪਹੁੰਚ ਗਏ ਹਾਂ। ਪਰ ਜਦੋਂ ਮੈਂ ਦੱਸਿਆ ਕਿ ਪ੍ਰੋਬਲਮ ਤੇ ਲੱਖਾਂ ਦੀ ਹੈ ਤੇ ਹਜ਼ਾਰਾਂ ਨਾਲ ਗੱਲ ਨਹੀਂ ਬਣੇਗੀ, ਤੇ ਕਿਉਂਕਿ ਸਾਰੇ ਰਲ ਮਿਲਾ ਕੇ ਅਸੀਂ ਜੇ ਹਾਲੇ ਸਪਾਂਸਰਸ਼ਿਪ ਟੋਟਲ ਇੰਡੀਆ ਦੇ ਵੀ ਇਨਕਲੂਡ ਕਰ ਲਈਏ ਕਿ ਹਾਲੇ ਅਸੀਂ ਮੈਨੂੰ ਲੱਗਦਾ 4000 ਬੱਚਿਆਂ ਤੱਕ ਪਹੁੰਚੇ ਹਾਂ, ਜਦ ਕਿ ਉਹ 70000 ਬੱਚੇ 70-80 ਬੱਚਿਆਂ ਦੇ ਵਿੱਚੋਂ ਆਲਰੇਡੀ ਸੰਸਥਾ ਆਪਣੇ ਫੰਡ ਵਿੱਚੋਂ ਹੀ ਨੀਅਰਲੀ 25 ਤੋਂ ਲੈ ਕੇ 30000 ਦੇ ਬੱਚਿਆਂ ਨੂੰ ਉਹ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਜਿਹੜੇ ਪਿੰਡਾਂ ਦੇ ਬੱਚੇ ਆ ਉਹਨਾਂ ਦੀ ਹਮੇਸ਼ਾ ਕੋਈ ਫੀਸ ਪੂਰੀ ਫੀਸ ਦੇ ਸਕਦੇ ਆ ਤੇ ਇਸ ਮਾਡਲ ਨੂੰ ਰਿਸਪੈਕਟ ਕਰਦੇ ਆ, ਸਮਝਦੇ ਆ, ਉਹਨਾਂ ਦਾ ਤਾਂ ਇਸ਼ੂ ਕੋਈ ਨਹੀਂ। ਸੋ ਬਹੁਤੇ ਪਰਿਵਾਰ ਇਸ ਤਰ੍ਹਾਂ ਦੇ ਹੈਗੇ ਆ ਜਿਹੜੇ ਸਿੱਖ ਵੈਲਿਊਜ਼ ਨੂੰ ਸਮਝਦੇ ਨੇ ਤੇ ਵੈਲ ਟੂ ਡੂ ਨੇ, ਅਫੋਰਡ ਕਰ ਸਕਦੇ ਨੇ, ਤੇ ਉਹਨਾਂ ਦੇ ਸਿਰ ਤੇ ਹੀ ਇਹ 130 ਸਕੂਲ ਚੱਲ ਰਹੇ ਆ। ਨਹੀਂ ਤੇ ਦੇਖੋ ਕੱਲੀ ਡੋਨੇਸ਼ਨ ਦੇ ਉੱਤੇ ਸਰਕਾਰ ਦੀ ਕੋਈ ਕਿਸੇ ਤਰ੍ਹਾਂ ਦੀ ਕੋਈ ਫੰਡਿੰਗ ਨਾ ਹੋਣ ਦੇ ਬਾਵਜੂਦ ਵੀ ਇਹ ਸਕੂਲ ਸਿਰਫ ਸੰਗਤਾਂ ਦੇ ਸਹਿਯੋਗ ਨਾਲ ਹੀ ਚੱਲ ਰਹੇ ਹਨ, ਕਿਉਂਕਿ ਹੋਰ ਕਿਸੇ ਸੰਸਥਾ ਵੀ ਦਾ ਵੀ ਵੱਡਾ ਸਹਿਯੋਗ ਨਹੀਂ ਹੈ ਕਿ ਜਿਸ ਤਰ੍ਹਾਂ ਕਿ ਚਲੋ ਹੁਣ ਜਿਸ ਤਰ੍ਹਾਂ ਅਸੀਂ ਚਲੋ ਯੂਕੇ ਦੀ ਐਗਜ਼ਾਮਪਲ ਲਈਏ, ਜਦੋਂ ਤੋਂ ਪ੍ਰੋਗਰਾਮ ਸ਼ੁਰੂ ਕੀਤੇ ਸਿਰਫ ਇੱਕ ਗੁਰੂ ਘਰ ਹੈ ਜਿਸ ਨੇ 10 ਬੱਚੇ ਸਪਾਂਸਰ ਕੀਤੇ ਹਨ। ਹੁਣ ਮੈਨੂੰ ਲੱਗਦਾ 300 ਤੋਂ ਜ਼ਿਆਦਾ ਗੁਰੂ ਘਰ ਨੇ ਯੂਕੇ ਦੇ ਵਿੱਚ, ਤੇ ਜੇ ਇਸ ਚੀਜ਼ ਨੂੰ ਇੱਕ ਪ੍ਰਾਇਓਰਟੀ ਸਮਝਿਆ ਜਾਵੇ ਕਿ ਭਾਈ ਤੁਸੀਂ ਜਿੰਨੇ ਮਰਜ਼ੀ ਪੈਸੇ ਇਕੱਠੇ ਕਰਕੇ ਉੱਥੇ ਭੇਜ ਦਿਓ, ਉਹ ਸਾਰਾ ਇੱਕ ਖੂਹ ਵਿੱਚ ਸੁੱਟਣ ਵਾਲਾ ਕੰਮ ਹੈ। ਇਹ ਜਿਹੜਾ ਇੱਕ ਬੱਚਾ ਤੁਸੀਂ ਪੜ੍ਹਾ ਦੇਣਾ ਉਹਦਾ ਹੁੰਦਾ ਕਿ ਪੂਰੀ ਦੀ ਪੂਰੀ ਜਨਰੇਸ਼ਨ, ਪੂਰੀ ਦੀ ਪੂਰੀ ਫੈਮਿਲੀ ਤੇ ਆਉਣ ਵਾਲੀਆਂ ਪੀੜ੍ਹੀਆਂ ਉਹ ਇੱਕ ਸੈਲਫ ਰਿਲਾਇੰਟ, ਇਕਨੋਮਿਕਲੀ ਇੰਡੀਪੈਂਡੈਂਟ
ਤੇ ਇਸ ਗਰੀਬੀ ਦੇ ਸਰਕਲ ਦੇ ਵਿੱਚੋਂ ਸਦਾ ਲਈ ਬਾਹਰ ਨਿਕਲ ਸਕਦੀਆਂ ਹਨ। ਸੋ ਇਸ ਕਰਕੇ ਜਦੋਂ ਵੀ ਜੀ ਅਸੀਂ ਆਪਣਾ ਬਿਲਕੁਲ। ਦਸਵੰਧ ਦੇਣਾ ਹੈ, ਸੋ ਸੰਗਤਾਂ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਠੀਕ ਹੈ, ਸਾਰੇ ਕੰਮ ਬੜੇ ਜ਼ਰੂਰੀ ਨੇ। ਜਿੱਥੇ ਵੀ ਤੁਸੀਂ ਆਪਣੇ ਰਿਸ਼ਤੇਦਾਰਾਂ ਦੀ ਹੈਲਪ ਕਰਨੀ ਹੈ, ਸੋ ਸੰਗਤ ਟਰਸਟ ਤੋਂ ਇਸ ਵੇਲੇ ਬਹੁਤ ਹੀ ਵਧੀਆ ਅਪੀਲਾਂ ਜਿਹੜੀਆਂ ਚੱਲ ਰਹੀਆਂ ਨੇ। ਲੰਗਰ ਸੇਵਾ, ਅਸੀਂ ਜੀ ਉਹਨਾਂ ਸੰਸਥਾਵਾਂ ਦੇ ਨਾਲ ਜੁੜੇ ਹਾਂ ਜਿਹੜੇ ਮਤਲਬ ਕਿ ਸ਼ੁਰੂ ਤੋਂ, ਅੱਜ ਤੋਂ 100 ਸਾਲ ਤੋਂ ਇਹੋ ਲੰਗਰ ਸੇਵਾ ਚੱਲਦੀ ਆ ਰਹੀ ਹੈ। ਜੀ ਜੀ ਕਿਲ੍ਹਾ ਆਨੰਦਗੜ੍ਹ ਸਾਹਿਬ, ਆਨੰਦਪੁਰ ਸਾਹਿਬ ਸਾਰੇ ਹੀ ਜਾਣਦੇ ਨੇ। ਬਾਬਾ ਲਾਭ ਸਿੰਘ ਜੀ ਤੇ ਬਾਬਾ ਸੇਵਾ ਸਿੰਘ ਜੀ ਜੀ ਪੁਰਾਣੇ ਜਦੋਂ ਤੋਂ ਉੱਥੇ ਵੀ ਆਏ, ਮਤਲਬ ਲੰਗਰ ਸੇਵਾ ਤਾਂ ਗੁਰੂ ਨਾਨਕ ਦੇਵ ਜੀ ਦੇ ਟਾਈਮ ਤੋਂ ਚੱਲ ਰਹੀ ਹੈ, ਤੇ ਅਸੀਂ ਉਹਦੇ ਵਿੱਚ ਵੱਧ ਚੜ ਕੇ ਜੀ ਹਮੇਸ਼ਾ ਆਪਣੇ ਦਸਵੰਧ ਵਿੱਚੋਂ ਹਿੱਸਾ ਪਾਉਣਾ ਚਾਹੀਦਾ। ਦੂਸਰੀ ਹੈ ਕਿ ਜੀ ਕਿਸੇ ਵੀ ਗਰੀਬ ਦੀ ਜਾਂ ਕੋਈ ਵੀ ਜਿਹਨੂੰ ਕੋਈ ਹੈਲਪ ਚਾਹੀਦੀ ਹੋਵੇ, ਜਾਂ ਮੈਡੀਕਲ ਟ੍ਰੀਟਮੈਂਟ ਵੀ ਦੇਖੋ ਉੱਥੇ ਵੀ ਬੜੀ ਬੇਬਸੀ ਵਾਲੀ ਗੱਲ ਹੋ ਜਾਂਦੀ ਹੈ। ਜਿਸ ਤਰ੍ਹਾਂ ਹੁਣ ਪਿੱਛੇ ਹੀ ਜੀ ਇੱਕ ਸੰਗਤ ਟੀਵੀ ਤੋਂ ਬੜੀ ਲੰਮੀ ਅਪੀਲ ਚੱਲੀ। ਅਰਮਾਨ ਸ਼ਰਮਾ ਜੋ ਕਿ 13-14 ਸਾਲ ਦਾ ਬੱਚਾ ਸੀ, ਬੋਨ ਮੈਰੋ ਟ੍ਰਾਂਸਪਲਾਂਟ ਦਾ 50 ਲੱਖ ਰੁਪਏ ਦਾ ਖਰਚਾ ਹੁਣ ਕਿਹੜੀ ਫੈਮਿਲੀ ਅਫੋਰਡ ਕਰ ਲਏਗੀ। ਹੁਣ ਸਾਡੇ ਲਈ ਵੀ ਬੜਾ ਜੀ ਮੁਸ਼ਕਲ ਹੋ ਜਾਂਦਾ ਕਿ ਸੰਗਤ ਦੇ ਵਿੱਚ ਕੋਈ ਫਰਿਆਦ ਲੈ ਕੇ ਆਵੇ ਤੇ ਉਹਨੂੰ ਖਾਲੀ ਵਾਪਸ ਨਹੀਂ ਮੋੜਿਆ ਜਾ ਸਕਦਾ। ਸੋ ਉਹਦੇ 'ਚ ਵੀ ਸੰਗਤਾਂ ਜੀ ਦਾ ਬਹੁਤ ਬਿਲਕੁਲ। ਵੱਡਾ ਧੰਨਵਾਦ ਹੈ ਕਿ ਉਹਨੀ ਕਾਫੀ ਅਪੀਲ ਜੋ ਕਰਨੀ ਪਈ, ਜਿਹਦੇ ਨਾਲ ਕਿ ਅਸੀਂ ਆਪਣਾ ਟਾਰਗੇਟ ਅਚੀਵ ਕਰ ਸਕੇ। ਸੋ ਹੋਰ ਵੀ ਮੈਡੀਕਲ ਦੇ ਜੀ ਜਿਹੜੇ ਵੀ ਅਪੀਲਾਂ, ਉਹਨਾਂ ਦੇ ਵਿੱਚ ਵੀ ਆਪਣਾ ਵੱਧ ਚੜ ਕੇ ਦਸਵੰਧ ਦਾ ਹਿੱਸਾ ਪਾਓ। ਤੇ ਬਾਕੀ ਜਿਹੜੇ ਜੀ ਕਾਰ ਸੇਵਾ ਦੇ ਪ੍ਰੋਜੈਕਟ ਨੇ, ਪਟਨਾ ਸਾਹਿਬ ਦਾ ਹੋ ਗਿਆ, ਸ਼ੀਤਲ ਕੁੰਡ ਦਾ ਹੋ ਗਿਆ, ਤੇ ਜੀ ਸੁਲਤਾਨਪੁਰ ਲੋਧੀ ਮੂਲ ਮੰਤਰ ਸਥਾਨ, ਇਹ ਤਾਂ ਇਸ ਤਰ੍ਹਾਂ ਦੇ ਹਿਸਟੋਰੀਕਲ ਸਥਾਨ ਨੇ ਜਿਨ੍ਹਾਂ ਦੇ ਉੱਤੇ ਕੋਈ ਕਿੰਤੂ ਪਰੰਤੂ ਨਹੀਂ ਕਰ ਸਕਦਾ। ਤੇ ਸਾਡੇ ਸੰਗਤ ਟਰਸਟ ਦੇ ਚੇਅਰਮੈਨ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਜੀ, ਜੋ ਕਿ ਸੰਗਤ ਟਰਸਟ ਅਤੇ ਬਾਕੀ ਸਾਰੇ ਜਿਹੜੇ ਕਾਰ ਸੇਵਾ ਦੇ ਪ੍ਰੋਜੈਕਟ ਆ, ਇਹਨਾਂ ਦੇ ਵਿੱਚ ਉਹ ਸਾਰੇ ਨੂੰ ਲੀਡ ਕਰ ਰਿਹਾ। ਤੇ ਉਹ ਇਸ ਤਰ੍ਹਾਂ ਦੀ ਇੱਕ ਸ਼ਖਸੀਅਤ ਨੇ ਜਿਨ੍ਹਾਂ ਦੇ ਉੱਤੇ ਕੋਈ ਉਂਗਲੀ ਉਠਾਉਣ ਬਾਰੇ ਸੋਚ ਵੀ ਨਹੀਂ ਸਕਦਾ। ਸੋ ਇਸ ਤਰ੍ਹਾਂ ਦੇ ਜੋ ਸੰਗਤ ਟਰਸਟ ਦੇ ਵਿੱਚ ਪ੍ਰੋਜੈਕਟ ਚੱਲ ਰਹੇ ਨੇ, ਸੋ ਇਹ ਸਾਰੇ ਤੁਹਾਡੇ ਦਸਵੰਧ ਦੇ ਬੜੇ ਮਾਣ ਦੇ ਨਾਲ ਤੇ ਸਤਿਕਾਰ ਦੇ ਨਾਲ ਹੱਕਦਾਰ ਬਣਦੇ ਨੇ। ਪਰ ਇੱਕ ਚੀਜ਼ ਮਾਫੀ ਚਾਹਾਂਗਾ ਤੁਹਾਨੂੰ ਵਿੱਚ ਰੋਕਣ ਦੇ ਲਈ, ਕਿ ਇਹਨਾਂ ਹੀ ਪ੍ਰੋਜੈਕਟਾਂ ਦੇ ਵਿੱਚੋਂ ਇਹ ਜਿਹੜਾ ਨਵਾਂ ਪ੍ਰੋਜੈਕਟ ਤੁਸੀਂ ਸ਼ੁਰੂ ਕੀਤਾ ਹੈਗਾ ਐਜੂਕੇਟ ਟੂ ਸੇਵ ਦਾ, ਉਹਦੇ ਲਈ ਇੱਕ ਜੋ ਨਵਾਂ ਇਨੀਸ਼ੀਏਟਿਵ ਤੁਸੀਂ ਲਿਆ ਹੈਗਾ ਆ, ਕਿ ਉਹ ਇਹਨਾਂ ਹੀ ਪ੍ਰੋਜੈਕਟਾਂ ਦਾ ਉਹ ਇੱਕ ਹਿੱਸਾ ਹੈਗਾ ਆ, ਜੇ ਤੁਸੀਂ ਚੰਦ ਲਫ਼ਜ਼ਾਂ ਦੇ ਵਿੱਚ, ਚੰਦ ਮਿੰਟਾਂ ਦੇ ਵਿੱਚ ਸਾਡੀ ਸੰਗਤ ਨਾਲ ਸਾਂਝ ਪਾ ਸਕੋ। ਉਸੀ ਪੁਆਇੰਟ ਤੇ ਆ ਰਿਹਾ ਸੀ ਕਿ ਜਦੋਂ ਸੰਗਤ ਟਰਸਟ ਸ਼ੁਰੂ ਹੋਇਆ, ਬਾਬਾ ਇਕਬਾਲ ਸਿੰਘ ਜੀ ਉਹਨੇ ਉਦਘਾਟਨ ਕੀਤਾ ਸੈਜਲੀ ਸਟਰੀਟ ਗੁਰਦੁਆਰਾ ਸਾਹਿਬ ਤੋਂ। ਤੇ ਸਟਾਰਟਿੰਗ ਦੇ ਵਿੱਚ ਅਸੀਂ ਸੰਗਤਾਂ ਨੂੰ ਪਤਾ ਹੋਏਗਾ ਕਿ ਨੀਅਰਲੀ 2-3 ਮਹੀਨੇ ਸਿਰਫ ਸਹਿਜ ਪਾਠ ਹੀ ਚੱਲਦਾ ਰਿਹਾ ਬੜੂ ਸਾਹਿਬ ਦੇ ਬੱਚਿਆਂ ਦਾ, ਕਿਉਂਕਿ ਸਟਾਰਟਿੰਗ ਦੇ ਵਿੱਚ ਅਕਾਲ ਯੂਨੀਵਰਸਿਟੀ ਦੀ ਅਪੀਲ ਹੋਈ ਜੋ ਕਿ 500 ਕਰੋੜ ਦਾ ਪ੍ਰੋਜੈਕਟ ਸੀ। ਉਹਦੇ 'ਚ ਸੰਗਤਾਂ ਨੇ ਬਹੁਤ ਵੱਧ ਚੜ ਕੇ ਹਿੱਸਾ ਪਾਇਆ। ਪਰ ਜਿਹੜੀਆਂ ਬਾਕੀ ਅਪੀਲਾਂ ਅਸੀਂ ਉਹ ਨਾਲ ਉਸ ਟਾਈਮ ਨਹੀਂ ਜੋੜ ਸਕੇ। ਪਰ ਹੁਣ ਇਸ ਵੇਲੇ ਅਸੀਂ ਬਿਲਕੁਲ, ਜਦੋਂ ਸਾਰੀਆਂ ਅਪੀਲਾਂ ਹੁਣ ਸਕਸੈਸਫੁਲ ਹੋ ਗਈਆਂ, ਤੇ ਇਹ ਬੜੀ ਸੰਗਤਾਂ ਵਾਸਤੇ ਬੇਨਤੀ ਕਰ ਰਹੇ ਹਾਂ ਕਿ ਸਭ ਤੋਂ ਬੜੀ ਜ਼ਰੂਰੀ ਅਪੀਲ ਜਿਹਦੇ ਨਾਲ ਅਸੀਂ ਸੰਗਤ ਟਰਸਟ ਸ਼ੁਰੂ ਕੀਤਾ, ਬੜੂ ਸਾਹਿਬ ਤੇ ਗੁਰੂ ਨਾਨਕ ਨਿਸ਼ਕਾਮ ਸੇਵਕ ਜਥੇ ਵਾਲਾ, ਜਿਹੜੀ 2 ਮੇਨ ਆਰਗੇਨਾਈਜੇਸ਼ਨ ਨੇ ਜਿਹੜੀ ਸਪੋਰਟ ਕੀਤੀ ਅੱਜ ਤੱਕ। ਸੋ ਇਹਨਾਂ ਤੋਂ ਇਲਾਵਾ ਹੁਣ ਇਹਨਾਂ ਦੇ ਜਿਹੜੇ ਪ੍ਰੋਜੈਕਟ ਸੀਗੇ, ਚਲੋ ਅਸੀਂ ਰੀਬੂਟ ਪੰਜਾਬ ਦੀ ਜਦੋਂ ਦੇਖਿਆ ਕਿ ਡਿਮਾਂਡ ਬਹੁਤ ਵੱਡੀ ਹੈ, ਪ੍ਰੋਬਲਮ ਬਹੁਤ ਵੱਡੀ ਹੈ, ਸੋ ਜਿਹੜੀ ਜੋ ਸੰਗਤ ਟਰਸਟ ਦੇ ਮੇਨ ਸਟਰੀਮ ਅਪੀਲਾਂ ਹੈਗੀਆਂ ਨੇ, ਜਿਸ ਤਰ੍ਹਾਂ ਭੈਣ ਜੀ ਸਰਜੀਤ ਕੌਰ ਜੀ ਸ਼ੁਰੂ ਤੋਂ ਸੰਗਤ ਟੀਵੀ ਨਾਲ ਜੁੜੇ ਹੋਏ ਨੇ, ਮੈਟਰੀਮੋਨੀਅਲ ਕਰਦੇ ਨੇ, ਸਾਰੀਆਂ ਅਪੀਲਾਂ, ਹੋਰ ਬੀਬੀਆਂ ਦੇ ਪ੍ਰੋਗਰਾਮ ਬੜੇ ਸੰਗਤਾਂ ਬਹੁਤ ਲਾਈਕ ਕਰਦੀਆਂ। ਸੋ ਉਹਨਾਂ ਨੂੰ ਬੇਨਤੀ ਕੀਤੀ ਕਿ ਇਹ ਜਿਹੜਾ ਪ੍ਰੋਗਰਾਮ ਬੱਚਿਆਂ ਦਾ ਇਹ ਬਹੁਤ ਜ਼ਰੂਰੀ ਹੈ। ਸੋ ਪ੍ਰੋਗਰਾਮ ਤੇ ਸੇਮ ਹੀ ਹੈ, ਉਹਦਾ ਕੋਈ ਜਿਹੜਾ ਥੀਮ ਹੈ ਜਾਂ ਸਾਡਾ ਮੋਟਿਵ ਹੈ ਜਾਂ ਸਾਡਾ ਆਬਜੈਕਟਿਵ ਹੈ, ਜੋ ਕਲਗੀਧਰ ਟਰਸਟ ਬੜੂ ਸਾਹਿਬ, ਉਹ ਸਾਰਾ ਕੁਝ ਸੇਮ ਹੈ। ਪਰ ਇਹ ਹੈ ਕਿ ਅਸੀਂ ਕਈ ਵਾਰੀ ਪ੍ਰੋਗਰਾਮ ਵੀਕ ਨਹੀਂ ਹੁੰਦਾ, ਮਿਸ ਕਰ ਜਾਂਦੇ ਸੀ। ਸੋ ਇਹ ਕੋਸ਼ਿਸ਼ ਕੀਤੀ ਹੈ ਕਿ ਜਿਸ ਤਰ੍ਹਾਂ ਬਾਕੀ ਅਪੀਲਾਂ ਚੱਲਦੀਆਂ, ਲੰਗਰ ਸੇਵਾ ਚੱਲਦੀ ਹੈ, ਮੈਡੀਕਲ ਚੱਲਦੀ, ਕਾਰ ਸੇਵਾ ਚੱਲਦੀ, ਉਹਦੇ ਨਾਲ ਹੀ ਨਾਲ ਇਹ ਸੰਗਤ ਐਜੂਕੇਸ਼ਨ ਦਾ ਜੋ ਸਾਡਾ ਪ੍ਰੋਜੈਕਟ ਹੈ, ਉਹਦੇ ਵਿੱਚ ਇਹਨਾਂ ਬੱਚਿਆਂ ਦੀ ਅਪੀਲ ਜ਼ਰੂਰ ਕੀਤੀ ਜਾਵੇ। ਕਿਉਂਕਿ ਇਹ ਜਿਹੜੇ ਬੱਚੇ ਨੇ, ਇਹਨਾਂ ਦੇ ਵਿੱਚੋਂ ਵੀ ਸਾਨੂੰ ਉਹ ਅਰਮਾਨ ਸ਼ਰਮਾ ਦੀ ਜੋ ਸੂਰਤ ਹੈ, ਜੋ ਉਹ ਸੁਪਨੇ ਸਾਨੂੰ ਦਿਸਦੇ ਨੇ ਕਿ ਇਹ ਬੱਚੇ ਜੇ ਸਕੂਲ ਤੋਂ ਬਾਹਰ ਰਹਿ ਗਏ, ਸਮਝ ਲਓ ਕਿ ਇਹਨਾਂ ਦੀ ਜ਼ਿੰਦਗੀ ਬਰਬਾਦ ਹੋ ਗਈ। ਕਿਉਂਕਿ ਪੰਜਾਬ ਦੇ ਵਿੱਚ ਹੋਰ ਕੋਈ ਆਲਟਰਨੇਟਿਵ ਨਹੀਂ, ਗਵਰਨਮੈਂਟ ਸਕੂਲ ਨਾ ਹੋਇਆ ਨਾਲ ਦੇ ਆ। ਸੋ ਪ੍ਰੋਗਰਾਮ ਜਿਹੜਾ ਐਜੂਕੇਟ ਟੂ ਸੇਵ ਇਸ ਹਫਤੇ ਸ਼ੁਰੂ ਹੋਇਆ ਸੰਗਤ ਟੀਵੀ ਤੋਂ, ਸੰਗਤ ਟਰਸਟ ਭੈਣ ਜੀ ਸਰਜੀਤ ਕੌਰ ਜੀ ਹੁਣੀ ਕੀਤਾ, ਉਹ ਰੈਗੂਲਰ ਹੁਣ ਹੋਇਆ ਕਰੇਗਾ। ਤੇ ਉਹਦੇ ਵਿੱਚ ਅਸੀਂ, ਸਾਡਾ ਮੋਟੋ ਇਹੋ ਹੀ ਹੈ ਕਿ ਪੰਜਾਬ ਬਚਾਓ, ਬੱਚੇ ਪੜ੍ਹਾਓ ਤੇ ਪੰਜਾਬ ਬਚਾਓ। ਉਹ
ਰੀਬੂਟ ਪੰਜਾਬ ਨੂੰ ਵੀ ਅਸੀਂ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਬੱਚੇ ਪੜ੍ਹਾਓ ਤੇ ਪੰਜਾਬ ਬਚਾਓ। ਹੋਰ ਪੰਜਾਬ ਨੂੰ ਬਚਾਉਣ ਵਾਸਤੇ ਸਾਧਨ ਕੋਈ ਨਹੀਂ ਹੈ। ਅਸੀਂ ਚਾਹੁੰਦੇ ਹਾਂ ਕਿ ਉਹ ਦਿਨ ਛੇਤੀ ਆਵੇ ਕਿ ਸੰਗਤਾਂ ਦੇ ਅੱਗੇ ਬੜੇ ਮਾਣ ਤੇ ਸਤਿਕਾਰ ਦੇ ਨਾਲ ਅਸੀਂ ਇਹ ਕਹਿ ਸਕੀਏ ਕਿ ਅੱਜ ਸਾਡੇ ਕੋਲ ਪੰਜਾਬ ਦੇ ਵਿੱਚ ਕੋਈ ਐਸਾ ਬੱਚਾ ਨਹੀਂ ਹੈ ਜਿਹੜਾ ਕਿ ਸਕੂਲ ਤੋਂ ਵਾਂਝਾ ਹੈ ਤੇ ਅਸੀਂ ਫੀਸ ਕਰਕੇ ਉਹਨੂੰ ਸਕੂਲ ਦੇ ਵਿੱਚ ਐਡਮਿਸ਼ਨ ਨਹੀਂ ਦੇ ਸਕਦੇ। ਤੇ ਬਾਬਾ ਜੀ ਹੋਣੀ ਤੇ ਇਸ ਚੀਜ਼ ਦੇ ਉੱਤੇ ਬੜਾ ਡਟ ਕੇ ਪਹਿਰਾ ਦਿੱਤਾ ਹੈ ਕਿ ਜਿਹੜਾ ਵੀ ਬੱਚਾ, ਕਿਉਂਕਿ ਅਸੀਂ ਗਿਣਤੀ ਲੱਖਾਂ ਦੇ ਵਿੱਚ ਹੈ, ਫਿਰ ਵੀ ਉਹ ਜਦੋਂ ਵੀ ਸਕਰੀਨਿੰਗ ਕਰਦੇ ਉਹਦੇ ਵਿੱਚ ਦੇਖਣਾ ਪੈਂਦਾ ਕਿ ਨੰਬਰ 1 ਕਿ ਜਿਹੜਾ ਕ੍ਰਾਈਟੇਰੀਆ ਅਸੀਂ ਰੱਖਿਆ ਕਿ ਬੱਚਾ ਵਾਕਿਆ ਹੀ ਫੀਸ ਨਹੀਂ ਦੇ ਸਕਦਾ। ਕਿਉਂਕਿ ਕਈ ਵਾਰੀ ਬਹੁਤ ਸੰਸਥਾਵਾਂ ਦੇ ਵਿੱਚ ਇਹੋ ਇਸ ਤਰ੍ਹਾਂ ਵੀ ਗੜਬੜ ਹੁੰਦੀ ਹੈ ਕਿ ਆਪਣੇ ਜਾਣ ਪਛਾਣ ਦੇ ਬੱਚਿਆਂ ਨੂੰ ਭਰਤੀ ਕਰ ਲਿਆ ਜਾਂਦਾ ਤੇ ਫੀਸਾਂ ਬਾਕੀ ਸਪਾਂਸਰ ਕਰਾ ਲਈਆਂ ਜਾਂਦੀਆਂ। ਸੋ ਅਸੀਂ ਬੱਚੇ ਦਾ ਪਿੰਡ ਕਿਹੜਾ ਹੈ, ਕਿਹੜੀ ਅਕੈਡਮੀ 'ਚ ਜਾ ਰਿਹਾ, ਉਹਨਾਂ ਦੀ ਕੀ ਇਨਕਮ ਹੈ, ਸਾਰੀ ਡੀਟੇਲ ਸੰਗਤਾਂ ਦੇ ਅੱਗੇ ਰੱਖ ਦਿੱਤੀ ਹੈ। ਕਦੀ ਵੀ ਉਹ ਜਾਣ ਪੰਜਾਬ ਦੇ ਵਿੱਚ ਉਸ ਬੱਚੇ ਪਰਿਵਾਰ ਨੂੰ ਜ਼ਰੂਰ ਮਿਲਣ ਸਕੂਲ। ਸੋ ਇਹਦੇ 'ਚ ਅਸੀਂ ਜੋ ਵੀ ਅਸੀਂ ਟਰਾਂਸਪੇਰੈਂਸੀ ਦੇ ਸਕਦੇ ਸੀ ਉਹਦੇ 'ਚ ਕੋਈ ਕਸਰ ਨਹੀਂ ਛੱਡੀ। ਸੋ ਸੰਗਤਾਂ ਅੱਗੇ ਬੇਨਤੀ ਹੈ ਕਿ ਬੱਚੇ ਤੁਹਾਨੂੰ ਸਕਰੀਨ ਤੇ ਵੀ ਦਿਖਾਏ ਜਾਂਦੇ ਨੇ। ਸੋ ਇਹਨਾਂ ਦੇ ਵਿੱਚ ਵੱਧ ਚੜ ਕੇ ਜਿਹੜਾ ਆਪਣਾ ਹਿੱਸਾ ਦਸਵੰਧ ਦਾ, ਜਿੱਥੇ ਤੁਸੀਂ ਬਾਕੀ ਅਪੀਲਾਂ ਦੇ ਵਿੱਚ ਪਾਰਟੀਸਪੇਟ ਕਰਦੇ ਹੋ, ਇਸ ਅਪੀਲ ਦੇ ਵਿੱਚ ਵੱਧ ਚੜ ਕੇ ਹਿੱਸਾ ਪਾਵੋ ਤਾਂ ਕਿ ਉਹ ਦਿਨ ਛੇਤੀ ਆ ਜਾਏ ਜਦੋਂ ਅਸੀਂ ਕਹਿ ਸਕੀਏ ਕਿ ਵੀ ਅੱਜ ਸਾਡੇ ਕੋਲ ਹੋਰ ਬੱਚੇ ਸਪਾਂਸਰ ਕਰਨ ਵਾਸਤੇ ਨਹੀਂ ਹੈ। ਫਿਰ ਅਸੀਂ ਬਾਹਰ ਹੋਰ ਸਟੇਟਾਂ 'ਚ, ਹੋਰ ਕੰਟਰੀ, ਹੋਰ ਜਿਹੜੇ ਗਰੀਬ ਬੱਚੇ ਆ ਜਾਂ ਹੋਰ ਆਪਣੇ, ਕਿਉਂਕਿ ਜਿਹੜਾ ਰਾਜ ਕਰੇਗਾ ਖਾਲਸਾ ਵਾਲਾ ਕਨਸੈਪਟ ਆ ਨਾ, ਇਹ ਸਾਡਾ ਜਿਹੜਾ ਅਸੀਂ ਮੈਸੇਜ ਆਫ ਵਨਨੈਸ, ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਮੈਸੇਜ ਆਫ ਵਨਨੈਸ ਹੈ ਉਹ ਅਸੀਂ ਸਾਰੀ ਦੁਨੀਆ ਦੇ ਵਿੱਚ ਫੈਲਾਉਣਾ। ਅਸੀਂ ਪੰਜਾਬ ਦੇ ਵਿੱਚ ਹੀ ਨਹੀਂ ਆਪਣੇ ਲਿਮਿਟ ਕਰਨਾ ਆਪਣੇ ਆਪ ਨੂੰ ਅਸੀਂ, ਕਿਉਂਕਿ ਖਾਲਸਾ ਤੇ ਬਾਉਂਡਰੀ ਚ ਵੀ ਨਹੀਂ ਕਰਦਾ। ਇਹ ਤੇ ਸਾਡਾ ਮਿਸ਼ਨ ਹੀ ਕਲਗੀਧਰ ਟਰੱਸਟ ਦਾ ਹੈ, ਵਨ ਵਰਲਡ ਵਨ ਫੈਮਿਲੀ। ਸੋ ਇਹ ਜਿਹੜਾ ਮੈਸੇਜ ਆਫ ਵਨਨੈਸ ਹੈ ਇਹਦਾ ਸਾਡਾ ਸਭ ਤੋਂ ਜ਼ਿਆਦਾ ਦੁੱਖ ਹੈ ਕਿ ਜਿੱਥੋਂ ਇਹੋ ਇੱਕ ਮਿਸਾਲ, ਇਹੋ ਇੱਕ ਰੋਸ਼ਨੀ ਪੂਰੀ ਦੁਨੀਆ ਵਾਸਤੇ ਉੱਠਣੀ ਸੀ, ਅੱਜ ਉਹੀ ਇਸ ਤਰ੍ਹਾਂ ਦੇ ਘੋਰ ਅੰਧੇਰੇ ਦੇ ਵਿੱਚ ਫਸਿਆ ਹੋਇਆ ਹੈ ਪੰਜਾਬ। ਕਿ ਇਸ ਵੇਲੇ ਹਾਲਾਤ ਬੜੇ ਤਰਸਯੋਗ ਨੇ ਕਿ ਸੰਗਤਾਂ ਨੂੰ ਪਤਾ ਵੀ ਨਹੀਂ ਕਿ ਅਸੀਂ ਪੰਜਾਬ ਛੱਡ ਕੇ ਬਾਹਰਲੇ ਦੇਸ਼ਾਂ ਦੇ ਵਿੱਚ ਆ ਗਏ ਕਿ ਸਾਡੀ ਪਿੱਛੇ ਕੀ ਹਾਲਾਤ ਨੇ। ਸੋ ਸਾਡੀ ਜਿਹੜੀ ਬੜੀ ਬੇਸਿਕ ਰਿਸਪੌਂਸਿਬਿਲਿਟੀ ਪੰਜਾਬ ਬਾਰੇ ਬਣ ਜਾਂਦੀ ਹੈ ਉਹ ਇਹ ਹੈ ਕਿ ਬੱਚਿਆਂ ਦਾ ਕੋਈ ਹੱਥ ਨਹੀਂ ਫੜ ਰਿਹਾ, ਇਹਨਾਂ ਦੀ ਬਾਂਹ ਕੋਈ ਨਹੀਂ ਫੜ ਰਿਹਾ। ਸੋ ਵਾਹਿਗੁਰੂ ਨੇ ਬੜੀ ਕਿਰਪਾ ਕੀਤੀ ਹੈ ਕਿ ਅੰਮ੍ਰਿਤਧਾਰੀ ਪਰਿਵਾਰਾਂ ਦੇ ਬੱਚੇ ਨੇ, ਮੋਸਟਲੀ ਇਨਕਮ ਦਾ ਹੈ, ਜਿਨ੍ਹਾਂ ਦੀ ਜ਼ਮੀਨ ਮਤਲਬ ਲੈਂਡ ਹੋਲਡਿੰਗ 2 ਏਕੜ ਤੋਂ ਘੱਟ ਹੈ ਤੇ ਇਨਕਮ ਵੀ 1.25 ਲੱਖ ਰੁਪਏ ਤੋਂ ਘੱਟ ਹੈ ਸਾਲ ਦੀ, ਉਹ ਵਾਕਿਆ ਇਹ ਫੈਮਿਲੀ ਫੀਸਾਂ ਨਹੀਂ ਦੇ ਸਕਦੀ। ਸੋ ਇਹਦਾ ਸਾਡਾ ਫਰਜ਼ ਬਣਦਾ। ਇਹਨਾਂ ਦੇ ਬਹੁਤ ਪਰਿਵਾਰ ਸਾਹਮਣੇ ਆਏ ਨੇ ਜਿਹੜੇ ਕਿ ਇੱਕ ਪਰਿਵਾਰ ਨੇ 20 ਬੱਚੇ ਵੀ ਸਪਾਂਸਰ ਕੀਤੇ ਨੇ, 5 ਤਾਂ ਬਹੁਤਿਆਂ ਨੇ ਕੀਤੇ ਨੇ। ਗੁਰੂ ਘਰਾਂ ਦੇ ਲੈ ਕੇ ਘੱਟੋ ਤੇ ਗੁਰੂ ਘਰ ਲਈ 10 ਬੱਚੇ ਸਪਾਂਸਰ ਕਰਨੇ ਕੋਈ ਵੱਡੀ ਗੱਲ ਨਹੀਂ। ਅਸੀਂ 10 ਧੁਰਾਂ ਦੇ 10 ਗੁਰੂ ਘਰ ਹੈ ਉਹਨਾਂ ਦੇ ਨੋਟਿਸ ਬੋਰਡਾਂ ਦੇ ਉੱਤੇ ਬੱਚਿਆਂ ਦੀਆਂ ਫੋਟੋਆਂ ਲਾਵਾਂਗੇ, ਉਹਨਾਂ ਦਾ ਸਾਰਾ ਡੀਟੇਲ ਦੇਵਾਂਗੇ ਤੇ ਉਹਨਾਂ ਦੀ ਜੋ ਵੀ ਸਕੂਲ ਦੀ ਪ੍ਰੋਗਰੈਸ ਰਿਪੋਰਟ ਹੈ ਉਹ ਵੀ ਤੁਹਾਨੂੰ ਹਰ ਸਾਲ ਦੇ ਵਿੱਚ 1 ਜਾਂ 2 ਵਾਰ, ਜਿੰਨੀ ਵਾਰ ਚਾਹੋ ਤੁਹਾਨੂੰ ਉਹ ਵੀ ਮਿਲੇਗੀ। ਸੋ ਇਹ ਸਾਰੀ ਡੀਟੇਲ ਅਸੀਂ ਦੁਬਾਰਾ ਹੁਣ ਉਹ ਜਿਹੜਾ ਐਜੂਕੇਟ ਟੂ ਸੇਵ ਪ੍ਰੋਗਰਾਮ ਚੱਲਿਆ ਹੈ, ਪੰਜਾਬ ਬਚਾਓ ਤੇ ਬੱਚੇ ਪੜ੍ਹਾਓ, ਦੇ ਵਿੱਚ ਸੰਗਤਾਂ ਨੂੰ ਅਪੀਲ ਕਰਦੇ ਹਾਂ ਕਿ ਵੱਧ ਚੜ੍ਹ ਕੇ ਉਸ ਪ੍ਰੋਗਰਾਮ ਦੇ ਵਿੱਚ ਹਿੱਸਾ ਪਾਓ। ਤਾਂ ਅਸੀਂ ਨਾਲ ਉਸ ਪ੍ਰੋਗਰਾਮ ਨੂੰ ਆਪਣੇ ਵੀਕਲੀ ਪ੍ਰੋਗਰਾਮ ਨਾਲ ਸਪਲੀਮੈਂਟ ਕਰੀ ਜਾਵਾਂਗੇ, ਕਿਉਂਕਿ ਦਾਸ ਸੰਗਤ ਟਰੱਸਟ ਦਾ ਟਰੱਸਟੀ ਹੋਣ ਦੇ ਨਾਤੇ, ਬੜੂ ਸਾਹਿਬ ਦਾ ਟਰੱਸਟੀ ਹੋਣ ਦੇ ਨਾਤੇ ਮੇਰਾ ਫਰਜ਼ ਬਣ ਜਾਂਦਾ ਕਿ ਮੈਂ ਇਕੱਲੀ ਇੱਕ ਅਪੀਲ ਦੀ ਨਾ ਗੱਲ ਕਰਾਂ, ਮੈਂ ਜਿੰਨੀਆਂ ਅਪੀਲਾਂ ਚੱਲਦੀਆਂ ਸਾਰਿਆਂ ਨੂੰ ਪ੍ਰਮੋਟ ਕਰਾਂ, ਸਾਰਿਆਂ ਵਾਸਤੇ ਸੰਗਤਾਂ ਕੋਲ ਬੇਨਤੀ ਕਰਾਂ। ਪਰ ਅੱਜ ਇਹ ਮੈਨੂੰ ਕਹਿਣ ਲਈ ਮੈਂ ਮਜਬੂਰ ਹਾਂ ਕਿ ਅਸੀਂ ਜਿਹੜੇ ਬੱਚੇ ਆ ਇਹ ਸਾਡੇ ਦਸਵੰਧ ਦੀ ਜੇ ਪ੍ਰਾਇਓਰਟੀ ਅਸੀਂ ਦੇਖੀ ਜਾਏ ਤਾਂ ਇਸ ਵੇਲੇ ਉਹ ਨੰਬਰ 1 ਪ੍ਰਾਇਓਰਟੀ ਇਹ ਬੱਚੇ ਬਣ ਜਾਂਦੇ ਨੇ। ਸੋ ਅਸੀਂ ਆਪਣੇ ਦਸਵੰਧ ਦਾ ਵੱਧ ਤੋਂ ਵੱਧ ਹਿੱਸਾ ਇਹਨਾਂ ਬੱਚਿਆਂ ਨੂੰ ਦਈਏ ਤਾਂ ਕਿ ਸਾਡਾ ਜਿਹੜਾ ਟਾਰਗੇਟ ਹੈ 500 ਸਕੂਲਾਂ ਦਾ ਉਹ ਜਲਦੀ ਤੋਂ ਜਲਦੀ ਪੂਰਾ ਹੋ ਜਾਏ, ਤਾਂ ਕਿ ਜਿਹੜੀ ਹੁਣ ਇੱਕ ਨਵੀਂ ਬਿਮਾਰੀ ਹੋਰ ਹੈ ਕਿ ਆਪਣੇ ਬੱਚੇ ਜਿਹੜੇ ਕਿ ਬਾਕੀ ਕੌਮਾਂ ਆਪਣੇ ਕਨਵਰਟ ਹੋ ਰਹੇ ਨੇ, ਕ੍ਰਿਸਚੈਨਿਟੀ 'ਚ ਕਨਵਰਟ ਹੋ ਰਹੇ ਨੇ, ਪੈਸੇ ਦੇ ਲਾਲਚ ਦੇ ਕੇ ਕਨਵਰਟ ਕੀਤੇ ਜਾਂਦੇ ਨੇ। ਇਹ ਬਿਮਾਰੀਆਂ, ਕਿਉਂਕਿ ਸਾਡੇ ਧਰਮ 'ਚ ਤਾਂ ਇਹੋ ਬਿਮਾਰੀ ਹੈ ਨਹੀਂ। ਅਸੀਂ ਤੇ ਮਾਨਸ ਕੀ ਜਾਤ ਸਭੇ ਇੱਕ ਪਹਿਚਾਨ, ਉਹ ਨਾ ਕੋ ਬੈਰੀ ਨਾ ਹੀ ਬੇਗਾਨਾ, ਸਗਲ ਸੰਗ ਹਮਕੋ ਬਣਾਈ। ਅਸੀਂ ਤਾਂ ਇਹ ਹੈ ਕਿ ਜਿਹੜੀ ਇਹ ਪ੍ਰੇਮ ਦੀ ਖੇਲ ਹੈ ਤੇ ਅੰਦਰੋਂ ਪੈਦਾ ਹੁੰਦੀ ਹੈ, ਕਿਸੇ ਨੂੰ ਕਨਵਰਟ ਨਹੀਂ ਕਰ ਸਕਦੇ। ਸੋ ਇਹ ਬਸ ਇਹ ਮਿਸ਼ਨ ਬਹੁਤ ਵੱਡਾ ਹੈ ਤੇ ਬਾਕੀ ਸੰਗਤਾਂ ਅੱਗੇ ਇਹੀ ਬੇਨਤੀ ਹੈ ਕਿ ਇਹ ਜੋ ਬਾਣੀ ਅਤੇ ਬਾਣੀ ਦਾ ਜੋ ਲੰਗਰ ਹੈ, ਇਸ ਲੰਗਰ ਦੇ ਵਿੱਚ ਵੀ ਵੱਧ ਚੜ੍ਹ ਕੇ ਆਪਣਾ ਹਿੱਸਾ ਸਾਰੇ ਪਾਓ। ਜੀ ਬਿਲਕੁਲ ਜੀ, ਯਕੀਨਨ ਜੀ। ਅਟਵਾਲ ਸਾਹਿਬ, ਮੈਨੂੰ ਉਮੀਦ ਹੈ ਕਿ ਜਿਸ ਤਰ੍ਹਾਂ ਸਾਡੇ ਪ੍ਰੋਗਰਾਮ ਨੂੰ ਸੰਗਤਾਂ ਨੇ ਹਮੇਸ਼ਾ ਸਪੋਰਟ ਕੀਤਾ, ਪਿਆਰ ਦਿੱਤਾ, ਮੁਹੱਬਤ ਦਿੱਤੀ, ਇਸੇ ਤਰ੍ਹਾਂ ਤੁਹਾਡੇ ਜੋ ਨਵਾਂ ਇਨੀਸ਼ੀਏਟਿਵ ਤੁਸੀਂ ਕੀਤਾ ਹੈਗਾ, ਮੈਂ ਉਮੀਦ ਕਰਦਾ ਹਾਂ ਕਿ ਸੰਗਤ ਤੁਹਾਡੇ
ਉਸ ਨਵੇਂ ਇਨੀਸ਼ੀਏਟਿਵ ਨੂੰ ਵੀ ਜੋ ਸਪੋਰਟ ਕਰਨਗੀਆਂ, ਮੁਹੱਬਤ ਦੇਣਗੀਆਂ, ਪਿਆਰ ਦੇਣਗੀਆਂ। ਸੋ ਦੋਸਤੋ, ਤੁਸੀਂ ਦੇਖਿਆ ਸਾਡੇ ਅੱਜ ਦਾ ਐਪੀਸੋਡ, ਟਵਾਲ ਸਾਹਿਬ ਨੇ ਇੱਕ ਹਿਸਟਰੀ ਦੱਸੀ ਹੈਗੀ ਹੈ ਸੰਸਥਾ ਦੀ, ਦੱਸਿਆ ਹੈ ਕਿ ਕਿਉਂ ਜਿਹੜੀ ਹੈ ਜੋ ਅਸੀਂ ਅਸੂਲ ਇਹਨਾਂ ਨੇ ਕਲਗੀਧਰ ਟਰਸਟ ਦੇ ਵਿੱਚ ਬਣਾਏ ਹਨ, ਉਹ ਅਸੂਲਾਂ ਦੀ ਕਿਉਂ ਇੰਪੋਰਟੈਂਸ ਹੈਗੀ ਹੈ, ਕਿਉਂ ਜ਼ਰੂਰਤ ਹੈਗੀ ਹੈ, ਪ੍ਰੋਬਲਮ ਕਿੰਨੀ ਵੱਡੀ ਹੈਗੀ ਹੈ। ਸੋ ਤੁਹਾਡੇ ਸਹਿਯੋਗ ਤੋਂ ਬਿਨਾਂ ਇਹ ਪ੍ਰੋਬਲਮ ਨੂੰ ਖਤਮ ਨਹੀਂ ਕੀਤਾ ਜਾ ਸਕਦਾ। ਸੋ ਉਮੀਦ ਕਰਦੇ ਹਾਂ ਤੁਸੀਂ ਜੋ ਬੱਚਿਆਂ ਦੀ ਐਜੂਕੇਸ਼ਨ ਨੂੰ ਵੱਧ ਚੜ ਕੇ ਸਪੋਂਸਰ ਕਰੋਗੇ। ਸੋ ਟਵਾਲ ਸਾਹਿਬ, ਅਸੀਂ ਲੈਂਦੇ ਹਾਂ ਜੀ ਸੰਗਤਾਂ ਤੋਂ ਇਜਾਜ਼ਤ, ਟਾਈਮ ਹੋ ਗਿਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ।